ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਅਰਵਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਸ਼ੁਕਰੀਆ ਸਿੰਘ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇੱਕ ਚੀਜ਼ ਨਾ ਮੈਨੂੰ ਬੜੀ ਹੈਰਾਨ ਕਰਨ ਵਾਲੀ ਹੈ ਕਿ NDTV ਕਹਿ ਰਿਹਾ ਸੀਗਾ ਕਿ 5 ਸਾਲ ਵੇਟ ਕਰਨੀ ਪਏਗੀ ਅਪਾਇੰਟਮੈਂਟਸ ਲਈ ਅੰਬੈਸੀ ਵਾਸਤੇ, ਕਿਉਂਕਿ ਬਹੁਤ ਲੰਬਾ ਪੀਰੀਅਡ ਆ। ਹੁਣ ਇੱਕ USA ਅੰਬੈਸੀ ਵਾਸਤੇ ਤੇ ਹੁਣ ਇੱਕ ਲੋਕਲ ਜੋ ਮੀਡੀਆ ਹਾਊਸ ਹੈ ਉਹਦੇ ਵੱਲੋਂ ਇੱਕ ਨਿਊਜ਼ ਆ ਰਹੀ ਹੈ ਕਿ US ਵੀਜ਼ਾ ਲਈ ਕਰਨੀ ਪੈ ਰਹੀ ਹੈ 3 ਸਾਲਾਂ ਦੀ ਉਡੀਕ। ਸੋ 3 years ਵੀ ਇਜ਼ ਅ ਪ੍ਰੈਟੀ ਲੌਂਗ ਟਾਈਮ। ਮੈਂ ਤਾਂ ਬਿਲਕੁਲ ਤਿਆਰ ਬੈਠਾ ਆਪਣੇ ਅਟੈਚੀ ਲੈ ਕੇ ਔਰ ਡਰੈਸਿਸ ਵੀ ਔਰ ਟਾਈਜ਼ ਵੀ ਮੈਚ ਕਰਕੇ ਮੈਂ ਰੱਖੀਆਂ ਹੋਈਆਂ ਨੇ ਕਿ ਮੈਂ ਫਟਾਫਟ ਫਲਾਈਟ ਫੜ ਕੇ ਅਮਰੀਕਾ। ਸੋ 3 ਸਾਲ ਮੈਂ ਵੇਟ ਕਰਾਂਗਾ, ਉਹ ਤਾਂ ਸਾਰੀ ਪ੍ਰੈਸ ਵੀ ਖਰਾਬ ਹੋ ਜਾਣੀ, ਤੈਆਂ ਵੀ ਖਰਾਬ ਹੋ ਜਾਣੀਆਂ ਕੱਪੜਿਆਂ ਦੀਆਂ। ਵਾਟ ਸ਼ੁਡ ਆਈ ਡੂ? ਬੇਸਿਕਲੀ ਕੀ ਹੈ ਕਿ ਉਹ ਮੀਡੀਆ ਪ੍ਰੋਸਪੈਕਟਿਵ ਆ। ਸੋ ਅਸਲ ਦੇ ਵਿੱਚ ਮੀਡੀਆ ਜਿਸ ਤਰੀਕੇ ਨਾਲ ਤੁਸੀਂ ਖੁਦ ਵੇਖੋ ਕਿ NDTV ਇੱਕ ਲੀਡਿੰਗ ਪੱਤਰਕਾਰ ਨਿਊਜ਼ ਚੈਨਲ ਹੈ ਔਰ 3 ਮਹੀਨੇ ਪਹਿਲਾਂ 5 ਸਾਲ ਦਾ ਸਮਾਂ ਦੇ ਰਹੇ ਸੀ, ਅੱਜ ਤੁਹਾਨੂੰ 3 ਸਾਲ ਦਾ ਸਮਾਂ ਦਿੱਤਾ ਜਾ ਰਿਹਾ। ਸੋ ਬੇਸਿਕਲੀ ਉਹ ਪੱਤਰਕਾਰਤਾ ਵਾਲਾ ਐਂਗਲ ਹੈ ਕਿ ਜੋ ਉਹਨਾਂ ਨੂੰ ਦਿਸ ਰਿਹਾ। ਸੋ ਅਸਲ ਦੇ ਵਿੱਚ ਕੀ ਸਟੋਰੀ ਬਹੁਤ ਸਧਾਰਨ ਹੈ ਕਿ ਅੱਜ ਤੁਸੀਂ ਅਪੁਆਇੰਟਮੈਂਟਸ ਓਪਨ ਕਰਦੇ ਹੋ, ਸੋ ਅਗਰ ਉਹ ਨਹੀਂ ਖੁੱਲੀਆਂ ਤੁਹਾਨੂੰ ਜਿਹੜਾ ਟੈਂਟੇਟਿਵ ਸਮਾਂ ਦਿਖਾਉਂਦੇ ਆ ਉਹ 3 ਸਾਲ ਜਾਂ 5 ਸਾਲ ਹੈ। ਸੋ ਅੰਬੈਸੀ ਇਸ ਟਾਈਮ ਵਾਪਸ ਆਪਣੀ 96% ਕਪੈਸਿਟੀ ਦੇ ਉੱਪਰ ਵਾਪਸ ਆ ਚੁੱਕੀ ਹੈ, ਜਿਹਦਾ ਮਤਲਬ ਇਹ ਹੈ ਕਿ ਅੰਬੈਸੀ ਲਗਭਗ 100% ਕਪੈਸਿਟੀ ਦੇ ਉੱਪਰ ਵਾਪਸ ਜਾ ਰਹੀ ਹੈ। ਸੋ ਸਿੱਧਾ ਮਤਲਬ ਇਹ ਹੈ ਕਿ ਔਰ ਜੋ ਅੰਬੈਸੀ ਨੇ ਹਾਲੇ ਤੱਕ ਅਨਾਊਂਸ ਕੀਤਾ ਹੈ ਉਹ ਬਹੁਤ ਕਲੀਅਰ ਕੱਟ ਹੈ। ਅਸੀਂ ਉਹਨੂੰ ਬਿਟਸ ਐਂਡ ਪੀਸਿਸ ਵਿੱਚ ਵੇਖਦੇ ਹਾਂ, ਕਦੇ ਅਸੀਂ ਕਿਤੇੋਂ ਖਬਰ ਚੱਕਦੇ, ਕਦੀ ਕਿਤੇੋਂ ਟੁਕੜਾ ਚੱਕਦੇ ਹਾਂ ਔਰ ਅਸੀਂ ਦੈਨ ਉਹਦੇ ਨਾਲ ਇੱਕ ਸਟਰਕਚਰ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਬਟ ਅਸਲ 'ਚ ਕੀ ਆ, ਬਹੁਤ ਸਧਾਰਨ ਗੱਲ ਆ ਕਿ ਨਵੰਬਰ ਦਸੰਬਰ ਦੇ ਵਿੱਚ ਵੀਜ਼ਾਸ ਬਹੁਤ ਗ੍ਰਾਂਟ ਹੁੰਦੇ ਆ ਔਰ ਨਵੰਬਰ ਦਸੰਬਰ ਡਿਸਾਈਡਿੰਗ ਸਮਾਂ ਹੁੰਦਾ ਆ ਔਰ ਇਸੇ ਸਮੇਂ ਦੇ ਵਿੱਚ ਸਭ ਤੋਂ ਵੱਧ ਵੀਜ਼ਾਸ ਗ੍ਰਾਂਟ ਕਰਨ ਦੀ ਜਿਹੜੀ ਪਲੈਨਿੰਗ ਆ ਉਹ ਹੁੰਦੀ ਹੈ। ਸੋ ਤੁਸੀਂ ਵੇਖੋ ਕਿ ਹੁਣੇ ਰੀਸੈਂਟਲੀ ਅਨਾਊਂਸ ਕੀਤਾ ਆ ਕਿ ਇਸ ਟਾਈਮ ਤੁਹਾਨੂੰ ਇਹ ਜੋ ਮੈਂ ਭਾਸ਼ਾ ਬੋਲਣ ਲੱਗਾ ਹਾਲੇ ਤੱਕ ਕਿਸੇ ਲਾਈਕ ਮੀਡੀਆ 'ਚ ਨਹੀਂ ਮਿਲੇਗੀ, ਬਿਕੋਜ਼ ਇਹ ਹੁਣ ਜਿਹੜੇ ਕੰਮ ਕਰਦੇ ਆ ਇਹ ਉਹਨਾਂ ਦੀ ਭਾਸ਼ਾ ਹੋਏਗੀ। ਸੋ USA ਵੀਜ਼ਾ ਇਸ ਸਾਲ ਦੇ ਵਿੱਚ 10 ਲੱਖ ਵੀਜ਼ਾਸ ਗ੍ਰਾਂਟ ਕਰੇਗੀ। ਸੋ ਇਹ ਅਫੀਸ਼ੀਅਲ ਨੰਬਰ ਤੁਹਾਨੂੰ ਨਹੀਂ ਮਿਲੇਗਾ। ਹਾਊ ਡੂ ਆਈ ਨੋ ਇਟ? ਬਿਕੋਜ਼ US ਅੰਬੈਸੀ ਨੇ ਇਹ ਕਿਹਾ ਹੈ ਕਿ US ਆਪਣਾ ਵੀਜ਼ਾ ਕੋਟਾ 2018-19 ਵਾਲਾ ਰਿਸਟੋਰ ਕਰਨ ਲੱਗਾ ਆ। ਸੋ ਪ੍ਰੀ ਕੋਵਿਡ 18-19 ਵੀ ਨਹੀਂ ਬੋਲਿਆ, ਜਿੰਨਾ ਲਿਖਿਆ ਗਿਆ ਕਿ ਪ੍ਰੀ ਕੋਵਿਡ ਜਿਹੜਾ ਕੋਟਾ ਸੀ ਵੀਜ਼ਾ ਕੋਟਾ ਉਹ ਇੰਡੀਆ ਲਈ ਅਨਾਊਂਸ ਕਰਨ ਲੱਗਾ ਔਰ ਇੰਡੀਆ US ਦਾ ਸਭ ਤੋਂ ਵੱਡਾ ਪਾਰਟਨਰ ਹੋਏਗਾ, ਵੀਜ਼ਾ ਪਾਰਟਨਰ। ਸੋ ਇੱਕ ਗੱਲ ਪੱਕੀ ਹੈ ਕਿ ਪੂਰੀ ਦੁਨੀਆ 'ਚ ਅਗਰ ਵੀਜ਼ਾਸ ਗ੍ਰਾਂਟ ਹੋਣਗੇ ਤਾਂ ਸਭ ਤੋਂ ਵੱਧ ਇੰਡੀਆ ਨੂੰ ਮਿਲਣਗੇ। ਦੂਸਰੀ ਚੀਜ਼ ਉਹਦੇ 'ਚ ਪ੍ਰੀ ਜਿਹੜਾ ਕੋਵਿਡ ਸਮਾਂ ਆ ਉਦੋਂ ਇੰਡੀਆ ਨੇ ਚਾਈਨਾ ਨੂੰ ਕ੍ਰਾਸ ਕੀਤਾ ਸੀ 2018 ਦੇ ਵਿੱਚ ਜੀ। 8.5 ਲੱਖ ਵੀਜ਼ਾਸ ਦਾ ਕੋਟਾ ਸੀ ਸਾਡਾ। ਸੋ ਅਸੀਂ ਉਹਨੂੰ ਕ੍ਰਾਸ ਕਰਕੇ 1 ਮਿਲੀਅਨ ਬੈਂਚਮਾਰਕ ਕ੍ਰਾਸ ਕੀਤਾ ਸੀ। ਸੋ ਇੰਡੀਆ ਇੱਕ ਤਾਂ US ਦਾ ਸਭ ਤੋਂ ਵੱਡਾ ਵੀਜ਼ਾ ਪਾਰਟਨਰ ਹੈ, ਦੂਸਰਾ 10 ਲੱਖ ਵੀਜ਼ਾਸ ਇੱਕ ਸਾਲ ਦੇ ਵਿੱਚ ਲੈਣ ਵਾਲਾ ਇਕਲੌਤਾ ਮੁਲਕ ਹੈ। ਔਰ ਅਗਰ ਤੁਸੀਂ ਇਹਦੀ ਫਰਦਰ ਬ੍ਰੇਕਡਾਊਨ ਵੇਖੋਗੇ, ਜਿਸ ਤਰੀਕੇ ਨਾਲ ਮੈਂ ਅਕਸਰ ਤਕਰੀਬਨ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਬੜੀ ਵਾਰੀ ਕਿਹਾ ਹੈ ਕਿ US ਉਹ ਅੰਬੈਸੀ ਹੈ ਜਿਹੜੀ 1 ਮਹੀਨੇ ਦੇ ਵਿੱਚ 1 ਲੱਖ ਵੀਜ਼ਾ ਗ੍ਰਾਂਟ ਕਰਦੀ ਹੈ। ਸੋ ਹੌਲੀ ਹੌਲੀ ਉਹ ਚੀਜ਼ਾਂ ਜੋ ਅਸੀਂ ਅੱਗੇ ਬੋਲਦੇ ਰਹੇ ਹਾਂ ਤੁਹਾਨੂੰ ਇਸ ਸਾਲ ਬਹੁਤ ਕਲੀਅਰਲੀ ਦਿਸਣਗੀਆਂ। ਸੋ ਹਾਲੇ ਰੀਸੈਂਟਲੀ ਪਿਛਲੇ ਸਾਲ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਵੀ 88,000 ਵੀਜ਼ਾਸ ਗ੍ਰਾਂਟ ਕੀਤੇ ਆ, ਜੋ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਗ੍ਰਾਂਟ ਕਰਨ ਦਾ ਸਭ ਤੋਂ ਵੱਧ ਜਿਹੜਾ ਸਮਾਂ ਆ। ਫਿਰ ਇਸੇ ਤਰੀਕੇ ਨਾਲ ਜੁਲਾਈ ਦੇ ਵਿੱਚ ਇਹਨਾਂ ਨੇ 55,000 ਸਟੂਡੈਂਟ ਵੀਜ਼ਾਸ ਗ੍ਰਾਂਟ ਕੀਤੇ ਸੀ, ਉਹ ਅੱਜ ਤੱਕ ਦਾ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਵੀਜ਼ਾਸ ਗ੍ਰਾਂਟ ਕਰਨ ਦਾ ਸਮਾਂ ਹੈ। ਸੋ ਅੰਬੈਸੀ ਦੇ ਵਿੱਚ ਸਮਾਂ ਫੇਵਰੇਬਲ ਆ। ਅੰਬੈਸੀ ਦੇ ਵਿੱਚ US ਅੰਬੈਸੀ ਦੇ ਵਿੱਚ ਇੰਡੀਅਨਸ ਦੀ ਬਾਦਸ਼ਾਹਤ ਵੀਜ਼ਾਸ ਦੇ ਵਿੱਚ ਕੋਟੇ 'ਚ ਰਹਿਣ ਵਾਲੀ ਆ ਔਰ ਇਸ ਅੰਬੈਸੀ ਦੇ ਵਿੱਚ ਜਿਹੜਾ ਸਾਡਾ ਲਾਈਕ ਨੰਬਰ ਆ ਐਪਲੀਕੇਸ਼ਨਸ ਦਾ, ਅਪੁਆਇੰਟਮੈਂਟਸ ਆ, ਉਹ ਘਟਣ ਵਾਲਾ ਨਹੀਂ ਆ। ਐਜ਼ ਆਫ ਟੁਡੇ ਹਰ ਦਰਵਾਜ਼ਾ ਖੁੱਲ੍ਹਾ ਨਹੀਂ ਆ। ਐਜ਼ ਆਫ ਟੁਡੇ ਅੱਜ ਅਗਰ ਅਸੀਂ ਗੱਲ ਕਰੀਏ ਤਾਂ ਉਹ ਹਰ ਰਸਤਾ, ਹਰ ਜਿਹੜਾ ਦਰਵਾਜ਼ਾ ਉਹਨਾਂ ਨੇ ਖੋਲ ਕੇ ਨਹੀਂ ਰੱਖਿਆ ਪਿਆ, ਉਹ ਹੌਲੀ ਹੌਲੀ ਇੱਕ ਇੱਕ ਕਰਕੇ ਖੋਲਦੇ ਜਾ ਰਹੇ ਆ। ਔਰ ਇਸੇ ਜਿਹੜੇ ਮੀਡੀਆ ਨੇ ਇਹ ਅਨਾਊਂਸ ਕੀਤਾ ਆ, ਉਹਨਾਂ ਨੇ ਸਟੂਡੈਂਟ ਵੀਜ਼ਾ ਟਾਈਮ ਉਹਦੇ ਵਿੱਚ 1 ਮਹੀਨਾ ਰੱਖਿਆ ਕਿ 1 ਮਹੀਨੇ ਜੇ ਸਟੂਡੈਂਟ ਦਾ ਵੇਟ ਟਾਈਮ ਹੈ, ਜਦਕਿ ਕਈ ਵਾਰੀ ਸਟੂਡੈਂਟ ਦੀਆਂ ਅਪੁਆਇੰਟਮੈਂਟਸ ਤਕਰੀਬਨ ਪਿਛਲੇ 3-4 ਦਿਨ ਤੋਂ ਬੰਦ ਹੈ, ਇਹ ਔਨ ਐਂਡ ਆਫ ਖੁੱਲ੍ਹਦੀਆਂ ਹੈ। ਸੋ ਜਿਹੜੀ ਸਟੂਡੈਂਟਸ ਲਈ ਜਿਹੜੇ ਪੇਰੈਂਟਸ ਲਈ ਜਾਂ ਜਿਹੜੇ ਐਪਲੀਕੈਂਟਸ ਲਈ ਜਿਹੜੀ ਸਭ ਤੋਂ ਵੱਧ ਕੰਸਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਉਹ ਇਸ ਸਮੇਂ 'ਚ ਠੱਗੇ ਜਾ ਰਹੇ ਨੇ ਬਾਰ-ਬਾਰ ਤਰੀਕਾਂ ਦੇ ਨਾਂ 'ਤੇ। ਓਕੇ, ਕਿ ਜਿਹੜੀ US ਅੰਬੈਸੀ ਦੀ ਤਰੀਕ ਬੰਦ ਹੈ
ਉੱਤੋਂ ਅਖਬਾਰ ਨੇ ਵੀ ਕਹਿ ਦਿੱਤਾ, ਉੱਤੋਂ TV ਨੇ ਵੀ ਕਹਿ ਦਿੱਤਾ ਜੀ ਇਹ 3 ਸਾਲ 5 ਸਾਲ ਹੀ ਬੰਦ ਹੈ। ਸੋ ਜਦੋਂ ਕੋਈ ਤੁਹਾਨੂੰ ਕਹਿੰਦਾ ਜੀ 50,000 ਰੁਪਈਆ ਲੱਖ ਰੁਪਈਆ ਦੇ ਦਿਓ, ਤੁਹਾਨੂੰ ਮੈਂ ਤਰੀਕ ਲੈ ਦਿੰਦਾ, ਤੁਹਾਨੂੰ ਉਹ ਸੁਪਨੇ ਵਰਗਾ ਲੱਗਦਾ ਕਿ ਵਾਹ ਯਾਰ ਇਹ ਸ਼ਾਇਦ ਵਧੀਆ ਕੰਮ ਕਰੂਗਾ। ਜਦ ਕਿ ਚੀਜ਼ ਇਹ ਹੈ ਕਿ ਸਭ ਨੂੰ ਪਤਾ ਆ ਜਿਹੜੇ ਲੋਕ ਕੰਮ ਕਰਦੇ ਆ ਕਿ ਇਹ ਬਹੁਤ ਜਲਦੀ ਬਹੁਤ ਵੱਡੀ ਅਬੰਡੈਂਸ ਦੇ ਵਿੱਚ ਤਰੀਕਾਂ ਸਾਰੀਆਂ ਖੁੱਲਣ ਵਾਲੀਆਂ ਆ। ਇਹ 1-2 ਕਰਕੇ ਨਹੀਂ ਖੁੱਲਣ ਵਾਲੀਆਂ, ਇਹ ਲਗਾਤਾਰ ਬਹੁਤ ਵੱਡੇ ਨੰਬਰਸ ਵਿੱਚ ਖੁੱਲਣੀਆਂ ਨੇ। ਔਰ ਜਦੋਂ ਖੁੱਲਣੀਆਂ ਨੇ ਉਹਦੇ ਵਿੱਚ ਇਹਦੀ ਬਲੈਕ ਮਾਰਕੀਟਿੰਗ ਇਹ ਖਤਮ ਹੋ ਜਾਣੀ ਆ। US ਐਮਬੈਸੀ ਕਦੀ ਆਪਣੀਆਂ ਤਰੀਕਾਂ ਸੈੱਲ ਨਹੀਂ ਕਰਦੀ, ਨਾ ਹੀ ਕੋਈ ਇਦਾਂ ਦਾ ਸਿਸਟਮ ਹੈ। ਸੋ ਇਹ ਸਾਰਾ ਕੁਝ ਸੈਂਟਰਲੀ ਆਰਗੇਨਾਈਜ਼ਡ ਹੈ। ਔਰ ਜਦੋਂ ਓਪਨ ਨੇ ਉਹਦੇ ਵਿੱਚ ਹਾਂ ਕੋਈ ਮਿਹਨਤ ਕਰਕੇ ਕੋਈ ਐਕਸਟਰਾ ਸਲੋਟਸ ਲੈ ਕੇ ਆ, ਕੋਈ ਜ਼ਿਆਦਾ ਟਾਈਮ ਉੱਥੇ ਬੈਠਣ ਦਾ ਲਾ ਰਿਹਾ। ਸੋ ਇਹਦੇ ਵਿੱਚ ਇੱਕ ਹੋਰ ਚੀਜ਼ ਆ ਕਿ ਜਦੋਂ ਤੁਸੀਂ ਜ਼ਿਆਦਾ ਸਮਾਂ ਲਾਉਂਦੇ ਹੋ, ਜ਼ਿਆਦਾ ਲੌਗਇਨਸ ਕਰਦੇ ਹੋ, ਤੁਹਾਡਾ ਅਕਾਊਂਟ ਬਲੌਕ ਹੋ ਜਾਂਦਾ। ਸੋ ਹਰ ਬੰਦਾ ਉਸ ਚੀਜ਼ ਤੋਂ ਪਰੇਸ਼ਾਨ ਹੈ। ਰਾਈਟ। ਸੋ ਬਟ ਬਾਰ-ਬਾਰ ਮੈਂ ਕਹਿ ਰਿਹਾ, ਹਰ ਵਾਰੀ ਕਹਿ ਰਿਹਾ, ਇਹ ਖਰੀਦਣੀਆਂ ਨਹੀਂ ਆ। ਅਪਾਇੰਟਮੈਂਟਸ ਤੁਹਾਨੂੰ ਫ੍ਰੀ 'ਚ ਮਿਲਣਗੀਆਂ, ਅਬੰਡੈਂਸ ਵਿੱਚ ਮਿਲਣਗੀਆਂ। ਸਿਰਫ ਅਸੀਂ ਜਿਹੜੇ ਆ ਸ਼ਾਰਟ ਟੈਂਪਰਡ ਹੋ ਰਹੇ, ਕਾਹਲ ਪੈਂਦੀ ਸਾਨੂੰ ਬਹੁਤ, ਅਸੀਂ ਜਲਦੀ ਵੇਚਾਂ। ਸੋ ਇਹ ਥੋੜਾ ਸੁਭਾਅ 'ਚ ਤਬਦੀਲੀ ਕਰਨ ਵਾਲੀ ਗੱਲ ਹੈ। ਸੋ ਅਮਰੀਕਾ ਨੇ ਖੁਦ ਅਨਾਉਂਸ ਕਰਤਾ ਕਿ ਅਗਲਾ ਸਾਲ ਕਿਸ ਤਰੀਕੇ ਦਾ ਰਹਿਣ ਵਾਲਾ ਆ। ਔਰ ਇਹ ਸਾਰਾ ਸਮਾਂ ਉਹਨਾਂ ਨੇ ਬਹੁਤ ਦੇਰ ਦਾ ਅਨਾਉਂਸ ਕੀਤਾ ਪਿਆ ਕਿ ਅਸੀਂ ਦਸੰਬਰ 2022 ਤੱਕ ਅਸੀਂ 100% ਕੈਪੈਸਿਟੀ ਦੇ ਉੱਪਰ ਆ ਜਾਵਾਂਗੇ। ਸੋ ਨਵੰਬਰ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਅਸੀਂ 96% ਕੈਪੈਸਿਟੀ ਦੇ ਉੱਪਰ ਓਪਨ ਹੋ ਗਏ ਹਾਂ ਜੀ। ਸੋ ਅਸੀਂ ਅੰਕੜਿਆਂ ਤੇ ਦੇਖਣਾ ਹੈ, ਅਸੀਂ ਅੰਬੈਸੀ ਦਾ ਬ੍ਰੌਡਕਾਸਟ ਵੇਖਣਾ ਹੈ। ਸੋ ਜਿੱਥੋਂ ਸਾਨੂੰ ਜਾਣਕਾਰੀ ਮਿਲ ਰਹੀ ਆ ਅਸੀਂ ਉਹਦੇ ਨਾਲ ਚੱਲਣਾ ਹੈ। ਸੋ ਅਗਰ ਅਸੀਂ ਕੋਈ ਸ਼ਨੀ ਬਾਬੇ ਵਾਂਗੂ ਵੀ ਜਿੱਦਾਂ ਕੋਈ ਤੁਹਾਨੂੰ ਡਰਾ ਰਿਹਾ ਜੀ ਕੋਈ ਸ਼ਨੀ ਤੁਹਾਡਾ ਇੱਥੇ ਮਾੜਾ ਕਰ ਜੂ, ਉਹ ਕਰ ਜੂ, ਸੋ ਅਸੀਂ ਅਗਰ ਇਸ ਤਰੀਕੇ ਨਾਲ ਖਬਰਾਂ ਨੂੰ ਫੋਲੋ ਕਰਾਂਗੇ ਤਾਂ ਫਿਰ ਜ਼ਰੂਰ ਹਰ ਇੱਕ ਦਾ ਦਿਲ ਬੈਠੂਗਾ ਜੀ। ਸੋ ਮੋਟੇ ਤੌਰ ਤੇ ਸੋਚੋ, ਅੰਬੈਸੀ ਨੇ ਬਹੁਤ ਸਾਰੇ ਵੀਜ਼ਾ ਸਲੋਟਸ ਓਪਨ ਕਰ ਦੇਣੇ ਆ, ਬੜੇ ਆਸਾਨੀ ਨਾਲ ਸਭ ਨੂੰ ਤਰੀਕਾਂ ਮਿਲਣਗੀਆਂ। ਇਹਦੇ ਲਈ ਤੁਹਾਨੂੰ ਖੱਜਲ ਖੁਆਰ ਹੋਣ ਦੀ ਲੋੜ ਨਹੀਂ, ਪੈਸੇ ਕਿਸੇ ਨੂੰ ਦੇਣ ਦੀ ਲੋੜ ਨਹੀਂ, ਆਪ ਕਰ ਸਕਦੇ ਹੋ। ਰੈਗੂਲਰਲੀ ਚੈੱਕ ਕਰਦੇ ਰਹੋ, ਤੁਹਾਨੂੰ ਖੁਦ ਨੂੰ ਮਿਲ ਜਾਣਗੇ। ਨਹੀਂ ਆਪ ਕਰ ਸਕਦੇ, ਕਿਸੇ ਨੂੰ ਪੇ ਨਹੀਂ ਕਰਨਾ ਕਿ ਕੋਈ ਕਵੇ ਕਿ ਕੋਈ ਉੱਜਤ ਆਪਣੀ ਫੀਸ ਲੈ ਜੇ, ਬਟ ਕੋਈ ਇਹ ਕਹੇਗਾ ਕਿ ਮੈਂ ਤਰੀਕ ਲੈ ਕੇ ਉਹਦੀ ਮੇਰੇ ਕੋਲ ਪੈਸੇ ਦੇ ਦਿਓ, ਇਸ ਝਾਂਸੇ 'ਚ ਨਹੀਂ ਹੋਣਾ। ਸੋ ਥੋੜਾ ਇੰਤਜ਼ਾਰ ਕਰੋ, ਆਉਣ ਵਾਲਾ ਸਮਾਂ ਕਾਫੀ ਬਿਹਤਰ ਹੈ। ਦਸੰਬਰ ਔਨਵਰਡਸ ਚੀਜ਼ਾਂ ਬਹੁਤ ਸੌਖੀਆਂ, ਰਿਲੈਕਸਡ ਮਿਲਣਗੀਆਂ। ਅਗਰ ਬਾਹਰ ਜਾਣ ਦਾ ਸੁਪਨਾ, USA ਜਾਣ ਦਾ, ਅਗਰ ਕਾਫੀ ਦੇਰ ਤੋਂ ਤੁਸੀਂ ਜਦੋਜਹਿਦ 'ਚ ਲੱਗੇ ਹੋ ਤੇ ਇਸ ਸਮੇਂ ਆਪਣੀਆਂ ਅੰਬੈਸੀ ਦੀਆਂ ਫੀਸਾਂ ਪੇ ਕਰ ਲਓ। ਇਹ ਸਮਾਂ ਹੈ ਕਿ ਤੁਸੀਂ ਸਿਰਫ ਉਡੀਕ ਕਰਦੇ ਸੀ ਕਿ ਅਸੀਂ ਕਦੋਂ ਸਾਨੂੰ ਹਰਾ ਸਿਗਨਲ ਮਿਲੇ, ਕਦੋਂ ਸਾਨੂੰ ਹਰੀ ਝੰਡੀ ਮਿਲੇ, ਕਦੋਂ ਅਸੀਂ ਤਿਆਰੀ ਕਰੀਏ ਕਿ ਯੈਸ ਅਸੀਂ ਹੁਣ ਓਪਨ ਆ। ਸੋ ਇਸ ਸਮੇਂ 'ਚ ਤੁਸੀਂ ਅਗਰ ਹੋਰ ਵੇਟ ਕਰਨਾ, ਤੁਸੀਂ ਵੇਟ ਕਰ ਸਕਦੇ ਹੋ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਜੂ ਕਿ ਲੋਕ ਅੰਬੈਸੀ ਜਾਣ ਲੱਗ ਪਏ ਆ, ਜਾਂ ਤੁਸੀਂ ਅੱਜ ਆਪਣੀਆਂ ਫੀਸਾਂ ਪੇ ਕਰ ਲਓ ਤਾਂ ਕਿ ਬਹੁਤ ਜਲਦੀ ਜਿਹੜੀਆਂ ਤੁਸੀਂ ਟੂਰਿਸਟ ਵਾਲੀਆਂ ਅਪਾਇੰਟਮੈਂਟਸ ਉਹ ਵੀ ਲੈ ਸਕੋ। ਸਟੂਡੈਂਟਸ ਦੀਆਂ ਅਪਾਇੰਟਮੈਂਟਸ ਔਨ ਐਂਡ ਆਫ ਚੱਲਦੀਆਂ ਰਹਿੰਦੀਆਂ, ਇਹ ਮਿਲਦੀਆਂ ਰਹਿੰਦੀਆਂ, ਇਹਨਾਂ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ। ਇਸ ਟਾਈਮ ਤੁਸੀਂ ਅਗਰ ਡ੍ਰੌਪਬਾਕਸ ਐਪਲੀਕੇਸ਼ਨ ਵੇਖੋਗੇ ਤੁਹਾਨੂੰ ਉਹ ਵੀ ਬਹੁਤ ਦੂਰ ਦੀਆਂ ਮਿਲਣਗੀਆਂ, ਬਟ ਡ੍ਰੌਪਬਾਕਸ ਵਾਲੀਆਂ ਐਪਲੀਕੇਸ਼ਨ ਦੀ ਤਾਦਾਦ ਬਹੁਤ ਵਧਾਈ ਜਾਏਗੀ। ਬਿਕੋਜ਼ ਇੰਡੀਆ ਦੇ ਵਿੱਚ ਜਿੰਨੀਆਂ ਡ੍ਰੌਪਬਾਕਸ ਐਪਲੀਕੇਸ਼ਨਸ ਆ, ਇਹਨਾਂ ਨੂੰ ਅੱਗੇ ਕਿਸੇ ਨਾ ਕਿਸੇ ਕਾਰਨ ਕਰਕੇ ਅੰਬੈਸੀ ਬੁਲਾ ਲਿਆ ਜਾਂਦਾ ਸੀ, ਇੰਟਰਵਿਊ ਕੀਤੀ ਜਾਂਦੀ ਸੀ, ਔਰ ਉਹਦੇ 'ਚੋਂ ਅੱਧੇ 75 ਰਿਫਿਊਜ਼ ਵੀ ਹੋ ਜਾਂਦੇ ਸੀ। ਸੋ ਜਿਹੜਾ ਹੁਣ ਵਾਲਾ ਸਮਾਂ ਆ, ਹੁਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਡ੍ਰੌਪਬਾਕਸ ਐਪਲੀਕੇਸ਼ਨਸ ਆ ਉਹਨਾਂ ਦੀ ਤਾਦਾਦ ਵਧਾਈ ਜਾ ਰਹੀ ਹੈ। ਜਿਨ੍ਹਾਂ ਨੂੰ ਅੱਗੇ ਬਿਨਾਂ ਵਜ੍ਹਾ ਅੰਬੈਸੀ ਬੁਲਾਇਆ ਜਾਂਦਾ ਸੀ ਕਿ ਤੁਹਾਡੀ ਐਲੀਜੀਬਿਲਟੀ ਦੇ ਬਾਵਜੂਦ, ਉਹ ਨੰਬਰ ਬਹੁਤ ਘਟ ਗਿਆ ਹੁਣ। ਸੋ ਹੁਣ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤਾਂ ਉਹਦੇ ਵਿੱਚ ਤੁਹਾਡੇ ਇੰਟਰਵਿਊ ਦੇ ਚਾਂਸਸ ਨਾ ਦੇ ਬਰਾਬਰ ਹੈ। ਸੋ ਅਗਰ ਤੁਹਾਡੇ ਕੋਲ ਕੋਈ ਪ੍ਰੀਵੀਅਸ ਵੀਜ਼ਾ ਸੀ, ਕਿਸੇ ਵੀ ਟਾਈਪ ਦਾ ਵੀਜ਼ਾ ਸੀ, ਤੁਸੀਂ ਅੱਜ ਐਕਸਟੈਂਡ ਕਰਾਉਣਾ ਹੈ, ਤੁਸੀਂ ਦੁਬਾਰਾ ਲੈਣਾ ਹੈ, ਤਾਂ ਤੁਹਾਨੂੰ ਹੁਣ ਅੰਬੈਸੀ ਦੁਆਰਾ ਜਾ ਕੇ ਇੰਟਰਵਿਊ ਦੇਣੀ ਨਹੀਂ ਪਊਗੀ। ਤੁਸੀਂ ਡ੍ਰੌਪਬਾਕਸ ਦੇ ਵਿੱਚ ਐਪਲੀਕੇਸ਼ਨ ਪਾ ਕੇ ਤੇ ਵੀਜ਼ਾ ਹਾਸਲ ਕਰ ਸਕਦੇ ਹੋ। ਗੁੱਡ ਬੈਨੀਫਿਟ, ਔਰ ਸਿਟੀਜ਼ਨਸ ਨੂੰ ਚਾਹੀਦਾ ਇੱਦਾਂ ਦਾ ਫਾਇਦਾ ਜਿਹਦੇ ਨਾਲ ਉਹ ਟਾਈਮ ਜ਼ਾਇਆ ਨਾ ਹੋਵੇ ਤੇ ਜ਼ਿਆਦਾ ਐਫਰਟ ਨਾ ਲੱਗੇ। ਸੋ ਇਹ ਹੈ ਅਮਰੀਕਾ ਦੀ ਅੰਬੈਸੀ ਦਾ ਹਾਲ, ਜੋ ਤੁਸੀਂ ਦੱਸਿਆ ਕਿ ਕਾਫੀ ਪੋਜ਼ਿਟਿਵ ਹੈ, ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਇੱਕ ਨਿਊਜ਼ ਚੱਲਦੀਆਂ ਰਹਿੰਦੀਆਂ ਨੇ, ਮੀਡੀਆ ਹਾਊਸਿਸ ਦੀ ਆਪਣੀ ਆਪਣੀ ਇੱਕ ਅਸੈਸਮੈਂਟ ਹੁੰਦੀ ਹੈ, ਇੱਕ ਐਜ਼ੰਪਸ਼ਨ ਹੁੰਦੀ ਹੈ, ਉਸ ਮੁਤਾਬਿਕ ਉਹ ਸਾਰਾ ਕੁਝ। ਮੈਂ ਤਾਂ ਹੀ ਬੋਲਿਆ ਸੀ ਕਿ ਉਹ ਪੱਤਰਕਾਰਾਂ ਵਾਲੇ ਪਾਸੇ ਇਨਵੈਸਟੀਗੇਸ਼ਨ ਹੈ ਕਿ ਕਿਸੇ ਨੇ ਖੋਲ ਕੇ ਚੈੱਕ ਕੀਤਾ। ਜਿਸ ਤਰੀਕੇ ਨਾਲ ਤੁਸੀਂ ਪਰੇਸ਼ਾਨ ਹੋ, ਉਹਨਾਂ ਨੇ ਵੀ ਚੈੱਕ ਕੀਤਾ ਕਿ ਇਹਦੇ 'ਚ ਬਹੁਤ ਸਮਾਂ ਲੱਗ ਰਿਹਾ, ਔਰ ਜੋ ਸਕਰੀਨ ਦੇ ਉੱਪਰ ਵਿਜ਼ੀਬਲ ਆ ਉਹ ਛਾਪਤਾ। ਜਦ ਕਿ ਸੱਚਾਈ ਇਹ ਆ ਕਿ ਉਹ ਬੰਦ ਦਾ ਸਿਗਨਲ ਹੈ, ਉਹ ਇਹ ਸਿਗਨਲ ਦਿਖਾ ਰਿਹਾ ਕਿ ਇੰਨਾ ਸਮਾਂ ਹਾਲੇ ਵਿੱਚੋਂ ਬੰਦ ਕੀਤਾ ਗਿਆ, ਔਰ ਜਿਹੜਾ ਬੰਦ ਕੀਤਾ ਗਿਆ ਉਹਦੀਆਂ ਤਰੀਕਾਂ ਦੇਣੀਆਂ ਨੇ। ਸੋ ਤੁਸੀਂ ਅਗਰ 3 ਸਾਲ ਬਾਅਦ ਦੀ ਤਰੀਕ ਲੈ ਕੇ ਖੁਸ਼ ਹੋ ਤਾਂ ਲੈ ਲਓ। ਸੋ ਬਟ ਜੇਕਰ ਤੁਸੀਂ ਹੁਣ ਜਾਣਾ ਚਾਹੁੰਦੇ ਹੋ, ਸੋ ਤੁਸੀਂ ਵੇਟ ਕਰਨੀ ਹੈ ਕਿ ਤੁਹਾਡਾ ਜਿਹੜਾ ਕੇਸ ਹੈ ਉਹ ਉਦੋਂ ਤੁਸੀਂ ਆਪਣੀ ਤਰੀਕ ਬੁੱਕ ਕਰੋ ਜਦੋਂ ਓਪਨ ਹੋਵੇ। ਦੂਸਰੀ ਚੀਜ਼ ਹੈ, ਅਗਰ ਇਹਦੇ ਵਿੱਚ ਹੀ ਮੈਂ ਇੱਕ ਹੋਰ ਚੀਜ਼ ਐਡ ਕਰ ਦੇਵਾਂ, ਅਗਰ ਤੁਹਾਨੂੰ ਕੋਈ ਐਮਰਜੈਂਸੀ ਹੈ, ਕੋਈ ਮੈਡੀਕਲ ਐਮਰਜੈਂਸੀ ਹੈ, ਕੋਈ ਸਟੂਡੈਂਟ ਨੂੰ ਕਿਤੇ ਤਰੀਕ ਨਹੀਂ ਮਿਲ ਰਹੀ, ਸੋ ਤੁਹਾਨੂੰ ਜਿਹੜੀ ਵੀ ਤਰੀਕ ਮਿਲਦੀ ਹੈ ਐਮਬੈਸੀ ਤੋਂ ਤੁਸੀਂ ਉਹ ਬੁੱਕ ਕਰ ਲੈਣੀ ਹੈ। ਜੋ ਵੀ ਸਲੋਟ ਮਿਲਦਾ ਹੈ ਉਹਨੂੰ ਬੁੱਕ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਐਮਰਜੈਂਸੀ ਰਿਕੁਐਸਟ ਕਰ ਸਕਦੇ ਹੋ। ਸੋ ਅਗਰ ਤੁਹਾਡਾ ਕੇਸ ਐਮਰਜੈਂਸੀ ਵਾਲਾ ਹੈਗਾ, ਕੰਸੀਡਰ ਕੀਤਾ ਜਾ ਸਕਦਾ, ਤਾਂ ਤੁਹਾਨੂੰ ਉਹਦੀ ਰਿਵਰਟ ਮੇਲ ਆ ਜਾਏਗੀ।
ਫਿਰ ਅੰਬੈਸੀ ਤੁਹਾਡੇ ਲਈ ਇੱਕ ਵੱਖਰਾ ਸਲੋਟ ਖੋਲੇਗੀ ਜਿਸ 'ਚ ਇਕੱਲੇ ਤੁਹਾਨੂੰ ਤਰੀਕਾਂ ਦਿਸਣਗੀਆਂ। ਰਾਈਟ। ਸੋ ਉਹ ਪਰਸਨਲੀ ਇਕੱਲਾ ਤੁਹਾਡਾ ਲੌਗਇਨ ਹੋਏਗਾ, ਉਹਦੇ ਤੁਸੀਂ ਆਪਣੇ ਲਈ ਬੁੱਕ ਕਰ ਸਕਦੇ ਹੋ, ਬਟ ਤੁਹਾਡੇ ਕੋਲ ਕੋਈ ਨਾ ਕੋਈ ਪ੍ਰਾਇੋਰਟੀ ਦਾ ਰੀਜ਼ਨ ਚਾਹੀਦਾ ਆ, ਤੁਹਾਡੇ ਕੋਲ ਕੋਈ ਨਾ ਕੋਈ ਕਾਰਨ ਚਾਹੀਦਾ ਜਿਹਦੇ ਨਾਲ ਅਸੀਂ ਇਹ ਸਿੱਧ ਕਰ ਸਕੀਏ ਕਿ ਤੁਹਾਡੀ ਕਲਾਸ ਸ਼ੁਰੂ ਹੋਣ ਵਾਲੀ ਹੈ, ਤੁਹਾਨੂੰ ਕੋਈ ਉੱਦਾਂ ਮੈਡੀਕਲ ਐਮਰਜੈਂਸੀ ਹੈ ਕਿ ਤੁਹਾਡਾ ਇਸ ਟਾਈਮ ਜਿਹੜਾ ਅਮਰੀਕਾ ਜਾਣਾ ਉਹ ਐਮਰਜੈਂਸੀ ਦੀ ਸਿਚੁਏਸ਼ਨ ਹੈ। ਸੋ ਉਸ ਕੇਸ ਦੇ ਵਿੱਚ ਪੋਸੀਬਲ ਹੋ ਸਕਦਾ ਹੈ। ਓਕੇ, ਸੋ ਇਹਦੇ ਵਿੱਚ ਵੀ ਕਾਫੀ ਲੂਪ ਹੋਲਸ ਹੈਗੇ ਨੇ ਜਿਹੜੇ ਤੁਹਾਡੇ ਵੱਡੇ ਐਕਸਪਰਟ ਹੀ ਦੱਸ ਸਕਦੇ ਨੇ ਔਰ ਉਹਦੇ ਮੁਤਾਬਿਕ ਹੀ ਲੋਕ ਕੰਮ ਕਰ ਸਕਦੇ ਨੇ। ਸੋ ਇੱਕ ਨਿਊਜ਼ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਸੀਗਾ ਕਿ 2025 ਤੱਕ ਕੈਨੇਡਾ ਲੱਖਾਂ ਦੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਨੂੰ ਇਨਵਾਈਟ ਕਰਨ ਜਾ ਰਿਹਾ, ਕਿਉਂਕਿ ਉਹਦੀ ਜੋ ਅੰਦਰ ਦੀ ਕੰਡੀਸ਼ਨਸ ਨੇ ਉਹਦੇ ਮੁਤਾਬਿਕ ਉਹਨੂੰ ਸੂਟੇਬਲ ਹੈ ਇਹ ਚੀਜ਼ ਕਿ ਵੱਧ ਤੋਂ ਵੱਧ ਲੋਕ ਆ ਕੇ ਬਾਹਰੋਂ ਵਸਣ ਕੈਨੇਡਾ ਦੇ ਅੰਦਰ ਆ ਕੇ ਔਰ ਕੈਨੇਡਾ ਨੂੰ ਸੰਭਾਲਣ, ਕਿਉਂਕਿ ਲੋਕਲਸ ਕੋਲੋਂ ਉਹ ਚੀਜ਼ਾਂ ਨਹੀਂ ਮਿਲ ਰਹੀਆਂ, ਉਹ ਆਊਟਪੁੱਟ ਨਹੀਂ ਦੇ ਪਾ ਰਹੇ ਜੋ ਕੈਨੇਡਾ ਦੀ ਇਕਨੋਮੀ ਨੂੰ ਚਾਹੀਦੀ ਹੈ, ਕੈਨੇਡਾ ਦੀ ਪ੍ਰੋਗਰੈਸ ਨੂੰ ਚਾਹੀਦੀ ਹੈ। ਇਸ ਕਰਕੇ ਉਹ ਡਿਪੈਂਡ ਕਰ ਰਿਹਾ ਹੈ ਕਿ ਬਾਹਰੋਂ ਟੈਲੈਂਟ ਆਵੇ। ਸੋ 2025 ਤੱਕ ਤਾਂ ਬਹੁਤ ਲੱਖਾਂ 'ਚ ਉਹ ਡਿਮਾਂਡ ਕਰ ਰਹੇ ਨੇ। ਸੋ ਇਸ ਕਰਕੇ ਕਾਫੀ ਲੋਕ ਇੱਛੁਕ ਵੀ ਹੋ ਰਹੇ ਨੇ ਕੈਨੇਡਾ ਜਾਣ ਦੇ। ਐਗਜ਼ੈਕਟਲੀ ਸੀਨ ਕੀ ਹੈ ਇਹਦਾ? ਕੈਨੇਡਾ ਦੀ ਜ਼ਰੂਰਤ ਹੈਗੀ ਹੈ ਹਰ ਸਾਲ ਲਗਭਗ 4.5 ਤੋਂ 5 ਲੱਖ ਇਮੀਗ੍ਰੈਂਟਸ ਜੀ। ਸੋ ਇਹ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਵੇਖਿਆ, ਜਦੋਂ ਤਾਂ 21 ਦਾ ਕੋਟਾ ਨਿਕਲਿਆ ਸੀਗਾ ਉਦੋਂ ਵੀ 4 ਲੱਖ 1,000, 31,000, 4 ਲੱਖ 51,000 ਔਰ 2025 ਤੱਕ ਆਉਂਦੇ ਆਉਂਦੇ 5 ਲੱਖ ਐਪਲੀਕੈਂਟਸ ਨੂੰ ਹਰ ਸਾਲ PR ਦੇਣੀ ਹੈ। ਸੋ ਕੈਨੇਡਾ ਦੇ ਲਈ ਇੱਕ ਸਿਚੁਏਸ਼ਨ ਬਣੀ ਹੋਈ ਹੈ ਕਿ ਜਿਹਨੂੰ ਅਸੀਂ ਵਿਨ ਵਿਨ ਸਿਚੁਏਸ਼ਨ ਕਹਿੰਦੇ ਹਾਂ। ਸੋ ਜਿੰਨੇ ਲੋਕ ਕੈਨੇਡਾ ਦੀ ਧਰਤੀ 'ਤੇ ਜਾਂਦੇ ਆ ਉਹ ਕੈਨੇਡਾ ਦਾ ਸਵਾਰਦੇ ਆ, ਸਵਾਰਦੇ ਇਨ ਟਰਮਸ ਆਫ ਕਿ ਕੈਨੇਡਾ ਉਨਾ ਜ਼ਿਆਦਾ ਐਕਸਪਲੋਰ ਹੁੰਦਾ, ਕੈਨੇਡਾ ਉਨਾ ਜ਼ਿਆਦਾ ਐਕਸਪੈਂਡ ਹੁੰਦਾ ਹੈ। ਕੈਨੇਡਾ ਸਾਰੀ ਰਿਚ ਫਰਟਾਈਲ ਲੈਂਡ ਆ ਔਰ ਲਾਈਕ ਜਿਹਨੂੰ ਅਸੀਂ ਪਿਓਰ ਵਾਟਰ ਕਹਿੰਦੇ ਆ, ਨੈਚੁਰਲ ਵਾਟਰ ਆ, ਉਹਦੇ ਸਭ ਤੋਂ ਵੱਡੇ ਰਿਸੋਰਸਿਸ ਨੇ। ਸੋ ਕੈਨੇਡਾ ਇੱਕ ਸੋਹਣੀ ਧਰਤੀ ਆ, ਹਾਂ ਹਾਲੇ ਆਕੂਪਾਈ ਨਹੀਂ ਹੋਈ ਪਈ। ਸੋ ਜਿੰਨੇ ਲੋਕ ਉੱਥੇ ਜਾਣਗੇ, ਜਿੰਨੇ ਲੋਕ ਉਸ ਜਗ੍ਹਾ ਦਾ ਯੂਜ਼ ਵੱਧ ਕਰਨਗੇ, ਉਨੇ ਹੀ ਚਾਂਸਿਸ ਨੇ ਇਹਨਾਂ ਦੀ ਇਕਨੋਮੀ ਦੇ ਵਿੱਚ ਪੈਸਾ ਆਉਣ ਦੇ। ਸੋ ਜਿੰਨੇ ਲੋਕ ਜਾਂਦੇ ਨੇ, ਜਿੰਨੀ ਆਬਾਦੀ ਵੱਧਦੀ ਹੈ, ਜਿੰਨੀ ਡਿਮਾਂਡ ਵੱਧਦੀ ਹੈ, ਜਿੰਨੀ ਉਹਦੇ ਸਪਲਾਈ ਚੇਨ ਮੈਨੇਜਮੈਂਟ ਨਾਲ ਦੀ ਨਾਲ ਗਰੋ ਅਪ ਕਰਦੀ ਆ, ਉਹਨੇ ਰਿਸੋਰਸਿਸ ਗਰੋ ਅਪ ਹੁੰਦੇ ਨੇ, ਉਹਨੀਆਂ ਜੌਬਸ ਹੁੰਦੀਆਂ ਨੇ ਔਰ ਅਲਟੀਮੇਟਲੀ ਘੁੰਮ ਘੁਮਾ ਕੇ ਇੱਕ ਅਖੀਰ ਤੇ ਗੋਲਕ ਲੱਗੀ ਹੈ ਜਿਹਨੂੰ ਅਸੀਂ ਟੈਕਸੇਸ਼ਨ ਕਹਿੰਦੇ ਹਾਂ। ਸੋ ਜਿਹਦੇ ਨਾਲ ਸਰਕਾਰਾਂ ਚੱਲਦੀਆਂ ਨੇ। ਸੋ ਕੁੱਲ ਮਿਲਾ ਕੇ ਹਰ ਬੰਦਾ ਜਿਹੜਾ ਕੈਨੇਡਾ ਪਹੁੰਚਦਾ ਆ ਉਹ ਕੈਨੇਡਾ ਦੀ ਗੋਲਕ 'ਚ ਮਾਇਆ ਪਾਉਂਦਾ ਆ। ਇਸ ਕਰਕੇ ਇਹ ਇੱਕ ਡਾਇਰੈਕਟ ਬੈਨੀਫਿਟ ਆ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਨੂੰ ਆ। ਸੋ ਕੈਨੇਡਾ ਦੀ ਇਮੀਗ੍ਰੇਸ਼ਨ ਇੰਡਸਟਰੀ ਕਾਫੀ ਵੱਡੀ ਹੈ ਔਰ ਕਾਫੀ ਐਕਸਪੈਂਡ ਵੀ ਕੀਤੀ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ, ਔਰ ਇਹਦੇ ਵਿੱਚ ਲਗਾਤਾਰ ਜਿੰਨੇ ਲੋਕ ਜਾਣਗੇ ਉਹਦਾ ਕੈਨੇਡਾ ਨੂੰ ਫਾਇਦਾ ਆ। ਔਰ ਇਸੇ ਕਰਕੇ ਕੈਨੇਡਾ ਇੱਕ ਐਸਾ ਮੁਲਕ ਆ ਜਿਹਨੇ ਸਟੂਡੈਂਟਸ ਨੂੰ ਵੀ ਸਭ ਤੋਂ ਵੱਧ ਜਿਹੜੇ ਵੀਜ਼ਾਸ ਗ੍ਰਾਂਟ ਕੀਤੇ ਆ, ਅਗਰ ਅਸੀਂ ਪੰਜਾਬ ਦੀ ਖਾਸ ਕਰਕੇ ਗੱਲ ਕਰੀਏ, ਔਰ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਲਈ ਵੀ ਇਸ ਟਾਈਮ ਮੱਕਾ ਬਣਿਆ ਪਿਆ ਇਹ। ਹੁਣ ਕੈਨੇਡਾ ਦੀ ਐਮਬੈਸੀ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੇ ਐਪਲੀਕੈਂਟਸ ਨੇ ਰਿਫਿਊਜ਼ ਹੋ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਕੈਨੇਡਾ ਨੇ ਪਿੱਛੇ ਜਦੋਂ ਲਾਕਡਾਊਨ ਵੀ ਲੱਗਾ ਉਹਦੇ ਵਿੱਚ ਵੀ ਐਪਲੀਕੇਸ਼ਨਸ ਲੈਣੀਆਂ ਬੰਦ ਨਹੀਂ ਕੀਤੀਆਂ। ਓਕੇ। ਸੋ ਜਦੋਂ ਦਰਵਾਜ਼ੇ ਸਭ ਦੇ ਬੰਦ ਸੀ, ਕੈਨੇਡਾ ਨੇ ਉਦੋਂ ਵੀ ਆਪਣਾ ਸ਼ਟਰ ਚੱਕ ਕੇ ਰੱਖਿਆ ਕਿ ਜਿਹੜੀਆਂ ਐਪਲੀਕੇਸ਼ਨਸ ਆਉਂਦੀਆਂ ਆਉਣ ਦਿਓ। ਉਹ ਕਰਦੇ ਕਰਾਉਂਦੇ ਉਹ ਇੱਕਦਮ ਮਤਲਬ 13 ਲੱਖ ਤੋਂ 14 ਲੱਖ 50 15 ਲੱਖ 18 ਲੱਖ 23 ਲੱਖ ਅਲਟੀਮੇਟਲੀ 28 ਲੱਖ ਤੱਕ ਦਾ ਜਾ ਕੇ ਐਪਲੀਕੇਸ਼ਨਸ ਦਾ ਲੋਡ ਪੈ ਗਿਆ। ਓਕੇ। ਸੋ ਇੱਕ ਸਮਾਂ ਸੀ ਕਿ 28 ਲੱਖ ਐਪਲੀਕੇਸ਼ਨਸ ਕੈਨੇਡਾ ਦੀ ਐਮਬੈਸੀ 'ਚ ਪੈਂਡਿੰਗ ਪਈਆਂ। ਹੁਣ ਹੌਲੀ ਹੌਲੀ ਕੈਨੇਡਾ ਦਾ ਪਹਿਲੀ ਵਾਰੀ ਇਹ ਅੰਕੜਾ ਥੱਲੇ ਆਇਆ ਕਿ ਉਹ 28 ਤੋਂ 24 ਤੇ ਆਏ ਆ। ਓਕੇ। ਸੋ ਇਹ ਪਹਿਲੀ ਵਾਰੀ ਚੱਕਰ ਪੁੱਠਾ ਚੱਲਿਆ, ਨਹੀਂ ਤੇ ਭਾਰ ਵੱਧਦਾ ਵਧੀ ਜਾਂਦਾ ਸੀ। ਸੋ ਹੁਣ ਉਹ 24 ਲੱਖ ਐਪਲੀਕੇਸ਼ਨਸ ਪੈਂਡਿੰਗ ਨੇ ਜੀ। ਹਾਂ, ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਇਹਨਾਂ ਨੇ ਬਹੁਤ ਸਾਰੀ ਮੈਨ ਪਾਵਰ ਭਰਤੀ ਕੀਤੀ। ਸੋ ਜਿਹਦਾ ਕਰਕੇ ਕਿ ਹੌਲੀ ਹੌਲੀ ਇਹਨਾਂ ਨੇ ਸਮਾਂ ਰਿਡਿਊਸ ਕਰ ਲਿਆ। ਹੌਲੀ ਹੌਲੀ ਜਿਨ੍ਹਾਂ ਦੇ ਐਪਲੀਕੇਸ਼ਨਸ ਰਿਫਿਊਜ਼ ਹੋਈਆਂ ਨੇ ਉਹ ਰੀਕਨਸੀਡਰ ਸਭ ਤੋਂ ਪ੍ਰਾਇੋਰਟੀ ਦੇ ਉੱਪਰ ਕੈਨੇਡਾ 'ਚ ਹੀ ਹੁੰਦਾ ਹੈ। ਸੋ ਬਾਕੀ ਮੁਲਕਾਂ ਦੇ ਵਿੱਚ ਵੀਜ਼ਾ ਲੈਣਾ ਕਈ ਵਾਰੀ ਰਿਪੀਟਸ ਲਈ ਜਾਂ ਜਿਹੜਾ ਬਾਰ-ਬਾਰ ਵੀਜ਼ਾ ਅਗਰ ਸਟੂਡੈਂਟ ਦਾ ਵੀ ਰਿਫਿਊਜ਼ ਹੋਵੇ ਲੈਣਾ ਮੁਸ਼ਕਿਲ ਹੁੰਦਾ ਹੈ। ਬਟ ਕੈਨੇਡਾ ਦੇ ਵਿੱਚ ਜਿਹੜਾ ਜਦੋਂ ਸਟੂਡੈਂਟ ਦੁਬਾਰਾ ਫਾਈਲ ਲਾਉਂਦਾ ਆ ਉਹ ਨਵੀਂ ਮੈਰਿਟ ਦੇ ਉੱਪਰ ਕੇਸ ਲੱਗਿਆ ਜਾਂਦਾ ਹੈ। ਔਰ ਕੈਨੇਡਾ ਦਾ ਇੱਕ ਐਸਾ ਮੁਲਕ ਆ ਜਿੱਥੇ 4-4 5-5 ਰਿਫਿਊਜ਼ਲਸ ਤੋਂ ਬਾਅਦ ਵੀ ਸਟੂਡੈਂਟ ਨੂੰ ਵੀਜ਼ਾ ਮਿਲ ਜਾਂਦਾ ਹੈ। ਸੋ ਅਗਰ ਤੁਹਾਡੇ ਕੋਲ ਕੈਨੇਡਾ ਦੀ ਕੋਈ ਰਿਫਿਊਜ਼ਲਸ ਹੋਈਆਂ ਤਾਂ ਵੀ ਕੋਈ ਘਬਰਾਉਣ ਦੀ ਲੋੜ ਨਹੀਂ, ਬਿਕੋਜ਼ ਇਹ ਕਿਸੇ ਟਾਈਮ ਤੁਸੀਂ ਸਮੇਂ ਦੀ ਪਾਲਿਸੀ ਦਾ ਸ਼ਿਕਾਰ ਹੋਏ ਹੋ। ਕਿਸੇ ਟਾਈਮ ਇੱਦਾਂ ਦਾ ਸੀਗਾ ਸਮਾਂ ਕਿ ਕਦੀ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਤੁਹਾਡੇ ਕੇਸਿਸ ਦੀ ਜਿਹੜੀ ਸਿਲੈਕਸ਼ਨ ਕਰ ਰਿਹਾ ਹੈ, ਜਿਹੜੀ ਡਿਸੀਜਨ ਮੇਕਿੰਗ ਆ ਉਹ ਹਰ ਪਾਸੇ ਹਿਊਮਨ ਦਾ ਹੱਥ ਨਹੀਂ ਲੱਗ ਰਿਹਾ। ਸੋ ਕਿਤੇ ਨਾ ਕਿਤੇ ਕੁਝ ਇੱਦਾਂ ਦੇ ਡਿਸੀਜਨਸ ਰਹੇ ਜਿਹਦਾ ਕਰਕੇ ਤੁਹਾਡੀਆਂ ਐਪਲੀਕੇਸ਼ਨਸ ਰਿਫਿਊਜ਼ ਹੋਈਆਂ। ਹਾਂ, ਤੁਸੀਂ ਆਪਣੀ ਐਪਲੀਕੇਸ਼ਨ ਨੂੰ ਦਰੁਸਤ ਵੀ ਕਰਨਾ ਆ, ਤੁਸੀਂ ਆਪਣੀ ਐਪਲੀਕੇਸ਼ਨ ਨੂੰ ਸੋਧਣਾ ਵੀ ਆ, ਆਪਣੇ ਰੀਜ਼ਨਸ ਵੀ ਪਤਾ ਕਰਨੇ, ਬਟ ਉਹ ਸਿਰਫ ਵਹਿਮ ਨਹੀਂ ਕਰ ਲੈਣਾ ਕਿ ਮੇਰਾ ਕੈਨੇਡਾ ਰਿਫਿਊਜ਼ ਹੋ ਗਿਆ ਹੁਣੇ ਲੱਗਣਾ ਨਹੀਂ ਹੈ। ਆਪਣੀ ਐਪਲੀਕੇਸ਼ਨ ਨੂੰ ਇੰਪਰੂਵ ਕਰੋ ਔਰ ਦੁਬਾਰਾ ਫਾਈਲ ਕਰ ਸਕਦੇ ਹੋ।
ਕੈਨੇਡਾ ਦੇ ਵਿੱਚ ਦੁਬਾਰਾ ਵੀਜ਼ਾ ਲੈਣਾ ਕੋਈ ਰਾਕਟ ਸਾਇੰਸ ਨਹੀਂ ਹੈਗੀ। ਅਗਰ ਤੁਸੀਂ ਚੰਗੇ ਤਰੀਕੇ ਨਾਲ ਕੇਸ ਫਾਈਲ ਕਰਦੇ ਹੋ, ਕੈਨੇਡਾ ਵੀਜ਼ਾਸ ਬਹੁਤ ਗ੍ਰਾਂਟ ਕਰਦਾ ਹੈ। ਟੂਰਿਜ਼ਮ ਨੂੰ ਥੋੜਾ ਬਹੁਤ ਅਵੋਇਡ ਕਰਨਾ ਪੈਂਦਾ ਹੈ। ਫੈਮਿਲੀ ਵਿਜ਼ਟਰ ਹੈ ਉਹ ਬਹੁਤ ਵੀਜ਼ਾਸ ਗ੍ਰਾਂਟ ਕਰਦਾ ਹੈ ਕੈਨੇਡਾ। ਸਟੂਡੈਂਟਸ ਆ ਬਹੁਤ ਵੀਜ਼ਾਸ ਗ੍ਰਾਂਟ ਕਰਦਾ ਆ। ਸੋ ਲਿਮੀਆ ਬੇਸਡ ਐਪਲੀਕੇਸ਼ਨਸ ਨੇ ਉਹ ਬਹੁਤ ਗ੍ਰਾਂਟ ਹੁੰਦੀਆਂ ਨੇ। ਸੋ ਐਕਸਪ੍ਰੈਸ ਐਂਟਰੀ ਦੇ ਜਿਹੜੇ ਕੇਸਿਸ ਨੇ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਕੇਸਿਸ ਨੇ, ਸੋ ਬਹੁਤ ਸਾਰੀਆਂ ਕੈਟਾਗਰੀਜ਼ ਨੇ ਕੈਨੇਡਾ ਨੇ ਖੋਲ੍ਹ ਕੇ ਰੱਖੀਆਂ ਪਈਆਂ ਜਿਨ੍ਹਾਂ ਦੇ ਵਿੱਚ ਜਿਹੜੇ ਐਪਲੀਕੈਂਟਸ ਨੂੰ ਲਗਾਤਾਰ ਵੀਜ਼ਾਸ ਦੇਈ ਜਾਵੇ। ਸੋ ਇਸ ਕਰਕੇ ਇਹ 'ਚ ਹੌਸਲਾ ਹਾਰਨ ਵਾਲੀ ਕੋਈ ਗੱਲ ਨਹੀਂ। ਅਗਰ ਐਪਲੀਕੇਸ਼ਨ ਰਿਫਿਊਜ਼ ਵੀ ਹੋਈ ਹੈ, ਰੀਕਨਸੀਡਰ ਕੀ ਤੁਸੀਂ ਰੀਅਪਲਾਈ ਕਰ ਸਕਦੇ ਹੋ। ਰਾਈਟ। ਔਰ ਇਸ ਤੋਂ ਇਲਾਵਾ ਕੈਨੇਡਾ ਦੀ ਆਪਾਂ ਗੱਲ ਕਰ ਲਈ, ਅਮਰੀਕਾ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਹੋਰ ਕਿਹੜੀ ਕੰਟਰੀ ਹੈ ਜਿੱਥੇ ਸਾਨੂੰ ਜਾ ਕੇ ਬੈਨੀਫਿਟ ਹੋ ਸਕਦਾ? ਕਿਉਂਕਿ ਅਸੀਂ ਯੂਕੇ ਦਾ ਵੀ ਕਾਫੀ ਸੁਣਦੇ ਹਾਂ। ਹੁਣ ਪਿੱਛੇ ਜੇ ਯੂਕੇ ਬਾਰੇ ਨਿਊਜ਼ ਵੀ ਪਬਲਿਸ਼ ਹੋ ਰਹੀਆਂ ਸੀਗਾ ਕਿ ਜੇ ਤੁਸੀਂ PR ਲੈਣਾ ਚਾਹੁੰਦੇ ਹੋ, ਉੱਥੇ ਜਾ ਕੇ ਪਰਮਾਨੈਂਟਲੀ ਸੈਟਲ ਹੋਣਾ ਚਾਹੁੰਦੇ ਹੋ, ਤਾਂ ਉੱਥੇ ਕਾਫੀ ਵੈਕੈਂਸੀਜ਼ ਨੇ ਜਿੱਥੇ ਤੁਹਾਨੂੰ ਕੰਮ ਮਿਲ ਸਕਦਾ ਹੈ ਯੂਕੇ ਜਾ ਕੇ। ਜੀ। ਸੋ ਯੂਕੇ ਦਾ ਕੀ ਸੀਨ ਬਣਦਾ ਇਸ ਵਕਤ? ਯੂਕੇ ਬਿਲਕੁਲ ਇਸ ਟਾਈਮ ਯੂਕੇ ਨੇ ਬਿਲਕੁਲ ਨਵਾਂ ਮੁਕਾਮ ਹਾਸਲ ਕੀਤਾ ਹੋਇਆ। ਔਰ ਆਪਾਂ ਇਹਨੂੰ ਦੂਸਰਾ ਐਂਗਲ ਦੇਖ ਲੈਂਦੇ। ਯੂਕੇ ਦੇ ਵਿੱਚ ਯੈਸ ਜਦੋਂ ਦਾ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਇਆ ਤਾਂ ਡਿਮਾਂਡ ਬਹੁਤ ਵਧੀ, ਬਿਕੋਜ਼ ਜਿਹੜੀ ਵਾਈਟ ਸਕਿਨ ਬ੍ਰਦਰਹੁੱਡ ਸੀ, ਜਿਹੜੇ ਗੋਰੇ ਲੋਕ ਸਾਰੇ ਯੂਰਪੀਅਨ ਯੂਨੀਅਨ ਦੇ ਆ ਕੇ ਫ੍ਰੀ ਐਂਟਰੀ ਲੈ ਕੇ ਕੰਮ ਕਰ ਜਾਂਦੇ ਸੀ ਔਰ ਸਾਡੇ ਲੋਕਾਂ ਨੂੰ ਘੱਟ ਪੈਸੇ ਮਿਲਦੇ ਸੀ। ਸੋ ਇੱਦਾਂ ਦੀ ਬਹੁਤ ਸਾਰੀਆਂ ਸਟੋਰੀਜ਼ ਨੇ। ਬਟ ਅਲਟੀਮੇਟਲੀ ਅਗਰ ਅਸੀਂ ਸਿਰਫ ਆਪਣੇ ਪੰਜਾਬ ਦਾ ਐਂਗਲ ਲੈ ਲਈਏ ਜੀ, ਤੇ ਉਹਦੇ ਲਈ ਸਾਨੂੰ ਥੋੜ੍ਹਾ ਚੁਕੰਨੇ ਹੋਣ ਦੀ ਲੋੜ ਆ, ਥੋੜ੍ਹਾ ਜਿਹਾ ਸਾਨੂੰ ਐਕਸਟਰਾ ਕੌਨਸ਼ੀਅਸ ਹੋਣ ਦੀ ਲੋੜ ਹੈ। ਕਾਰਨ ਇਹ ਹੈ ਕਿ ਇਸ ਸਮੇਂ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੇ ਸਟੂਡੈਂਟਸ ਜਾ ਰਹੇ ਆ, ਟੂਰਿਸਟ ਨੂੰ ਕੋਈ ਦਿੱਕਤ ਨਹੀਂ, ਟੂਰਿਸਟ ਵੀਜ਼ਾ ਬਹੁਤ ਯੂਕੇ ਦੇ ਰਿਹਾ ਇਸ ਟਾਈਮ। ਸੋ ਟੂਰਿਸਟ ਲਗਾਤਾਰ ਹੈ। ਸੋ ਜਿਹੜੇ ਸਟੂਡੈਂਟਸ ਜਾ ਰਹੇ ਆ, ਸਟੂਡੈਂਟਸ ਲਈ ਬਹੁਤ ਸਕਰੀਨਿੰਗ ਹੋਣੀ ਸ਼ੁਰੂ ਹੋ ਗਈ। ਸੋ ਪਿੱਛੇ ਸਟੂਡੈਂਟ ਨੂੰ ਲੱਗਦਾ ਸੀ ਕਿ ਯੂਕੇ ਲਾਈਕ ਜਾਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ, ਬਟ ਉਹ ਹੁਣ ਸਮਾਂ ਆ ਗਿਆ ਯੂਕੇ ਕਾਫੀ ਸਕਰੀਨਿੰਗ ਕਰਦਾ ਬੱਚੇ ਦੀ। ਯੂਨੀਵਰਸਿਟੀ ਇੱਕ ਬੱਚੇ ਨੂੰ ਅੱਧੇ ਤੋਂ ਪੌਣਾ ਘੰਟੇ ਇੰਟਰਵਿਊ ਕਰਦੀ ਹੈ। ਓਕੇ, ਸਿਰਫ ਇਹੀ ਤੈਅ ਕਰਨ ਨੂੰ ਕਿ ਇਹ ਜਾ ਕੇ ਪੂਰੀ ਫੀਸ ਦਊਗਾ, ਇਹ ਭੱਜੂਗਾ ਤਾਂ ਨਹੀਂ। ਓਕੇ, ਬਿਕਾਜ਼ ਯੂਨੀਵਰਸਿਟੀ ਦੇ ਵਿੱਚੋਂ ਸਾਡੇ ਪੰਜਾਬ ਦੇ ਲਗਭਗ 70% ਜਿਹੜੇ ਬੱਚੇ ਆ ਯੂਨੀਵਰਸਿਟੀ ਅਟੈਂਡ ਨਹੀਂ ਕਰਦੇ। ਰਾਈਟ। ਸੋ ਉਹ ਜਾ ਕੇ ਜਾਂ ਕੰਮਕਾਰ ਕਰਦੇ ਜਾਂ ਕੋਈ ਹੋਰ ਆਸੇ-ਪਾਸੇ ਨਿਕਲਦੇ ਆ। ਬਟ ਜਿਹੜੇ ਯੂਨੀਵਰਸਿਟੀਜ਼ ਜਿਹੜਾ ਡ੍ਰੌਪ ਆਊਟ ਕੇਸ ਆ ਉਹ ਪੰਜਾਬ ਦਾ ਸਭ ਤੋਂ ਵੱਧ ਹੈ। ਸੋ ਇਸ ਕਰਕੇ ਹਾਲੇ ਆ ਪਿਛਲੇ ਵੀਕ ਤੋਂ ਇੱਕ ਨਵੀਂ ਪਾਲਿਸੀ ਆਈ ਹੈ, ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਅਡਾਪਟ ਕਰ ਲਈ ਹੈ। ਉਹਦੇ ਵਿੱਚ ਅੱਗੇ ਸਾਡੇ ਬੱਚਿਆਂ ਕੋਲੋਂ ਅੱਧੀ ਪਚੱਧੀ ਫੀਸ ਮੰਗੀ ਜਾਂਦੀ ਸੀ ਕਿ ਪਹਿਲਾਂ 2000 ਪਾਉਂਡ ਦੇ ਉੱਪਰ ਐਪਲੀਕੇਸ਼ਨ ਅਸੈਪਟ ਕਰ ਲੈਂਦੇ ਸੀ, ਫਿਰ 3500 ਤੇ ਹੋਈ, 5000 ਤੇ ਹੋਈ, 7000 ਤੇ ਹੋਈ, ਫਿਰ 10000 ਪਾਉਂਡ ਦੇ ਉੱਪਰ ਕੁਝ ਯੂਨੀਵਰਸਿਟੀਜ਼ ਆ ਗਈਆਂ। ਹੁਣ ਇਸ ਸਮੇਂ ਦੇ ਵਿੱਚ ਸਿਨੈਰੀਓ ਇਹ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਬੱਚਿਆਂ ਕੋਲੋਂ ਪੂਰੇ ਸਾਲ ਦੀ ਫੀਸ ਰਖਾ ਰਹੀਆਂ ਨੇ। ਓਕੇ, ਤਾਂ ਕਿ ਜਿਹੜਾ ਬੱਚਾ ਸਾਲ ਦੀ ਫੀਸ ਭਰ ਕੇ ਆਊਗਾ ਕਮ ਸੇ ਕਮ ਉਹਦੇ ਚਾਂਸਸ ਪੜ੍ਹਨ ਦੇ ਜ਼ਿਆਦਾ ਨੇ। ਰਾਈਟ ਨੇ। ਸੋ ਇਸ ਕਰਕੇ ਜਿਹੜੇ ਸਟੂਡੈਂਟਸ ਲਈ ਜਿਹੜਾ ਬਜਟ ਹੈ ਉਹ ਇਨਕਰੀਜ਼ ਹੋ ਰਿਹਾ ਯੂਕੇ ਦਾ। ਸੋ ਜਿਹੜਾ ਪੇਰੈਂਟਸ ਲਈ ਉਹ ਯੂਕੇ ਅੱਗੇ ਸਸਤੇ ਮੁਲਕਾਂ ਦੇ ਵਿੱਚ ਜਾਣ ਲਈ ਆਉਂਦਾ ਸੀ। ਹਾਲਾਂਕਿ ਫੀਸ ਵੱਧ ਹੈ ਯੂਕੇ ਦੀ 10 ਤੋਂ 15 ਲੱਖ ਸਾਲ ਦੀ ਫੀਸ ਹੈ। ਬਟ ਫਿਰ ਵੀ ਉਹਦੇ 'ਚ ਤੁਸੀਂ ਜਦੋਂ ਅੱਧਾ ਪਾਈਆ ਦੇ ਕੇ ਜਾ ਸਕਦੇ ਹੁੰਦੇ ਸੀ ਤਾਂ ਤੁਹਾਡੀ ਫੀਸ ਜਿਹੜੀ ਕਦੇ 4-5 ਲੱਖ 'ਚ ਬੱਚਾ ਜਾ ਸਕਦਾ ਹੁੰਦਾ ਸੀ। ਹੁਣ ਜਿਹੜਾ ਯੂਕੇ ਦਾ ਬਜਟ ਹੈ ਉਹ 10 ਤੋਂ 15 ਲੱਖ ਦਾ ਪਰ ਐਪਲੀਕੈਂਟ ਦਾ ਬਜਟ ਹੋ ਗਿਆ। ਓਕੇ, ਸੋ ਲਗਭਗ ਕੈਨੇਡਾ ਦੇ ਬਰਾਬਰ ਹੌਲੀ ਹੋ ਗਿਆ ਇਹ, ਕਿਉਂਕਿ ਨਾਲ ਇਹਨਾਂ ਦੀ ਇੱਥੇ GIC ਨਹੀਂ ਜਾਂਦੀ, ਇੱਥੇ IHS ਜਾਂਦਾ, ਇੰਸ਼ੋਰੈਂਸ ਜਾਂਦੀ ਹੈ ਬੱਚਿਆਂ ਦੀ। ਸੋ 625 ਪਾਉਂਡ ਪਰ ਈਅਰ ਹੈ। ਅਗਰ ਬੱਚਾ 3 ਸਾਲ ਦੇ ਪ੍ਰੋਗਰਾਮ ਤੋਂ ਉੱਪਰ ਜਾ ਰਿਹਾ ਤਾਂ ਲਗਭਗ 2 ਲੱਖ ਰੁਪਏ ਤੁਸੀਂ ਸਿੱਧਾ ਇੰਸ਼ੋਰੈਂਸ ਦਾ ਜੋੜ ਸਕਦੇ ਹੋ। ਸੋ ਯੂਕੇ ਦੇ ਵਿੱਚ ਹੁਣ ਹਾਲਾਤ ਇਹ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਬਿਹਤਰ ਹੋ ਸਕਦਾ ਯੂਕੇ, ਕਿਉਂਕਿ ਉੱਥੇ ਸੈਟਲਮੈਂਟ ਦੀ ਜਿਹੜੀ ਪਾਲਿਸੀ ਹੈ ਪਿਛਲੇ ਸਾਲ ਡਿਜ਼ਾਈਨ ਕੀਤੀ ਗਈ ਹੈ। ਸੋ 1 ਜਨਵਰੀ 2021 ਤੋਂ ਇੱਕ ਨਵੀਂ ਪਾਲਿਸੀ ਆਈ ਹੈ ਜਿਹਨੂੰ ਅਸੀਂ ਪੁਆਇੰਟ ਬੇਸਡ ਇਮੀਗ੍ਰੇਸ਼ਨ ਕਹਿੰਦੇ ਆ। ਉਹ ਕੈਨੇਡਾ ਦੇ ਵਾਂਗੂ ਬਣਾਈ ਗਈ, ਕੈਨੇਡਾ ਦੀ ਤਰਜ਼ ਤੇ ਬਣਾਈ ਗਈ। ਸੋ ਉਹਦੇ 'ਚ ਸਟੂਡੈਂਟਸ ਨੂੰ ਹੁਣ ਪੁਆਇੰਟ ਹਾਸਲ ਕਰਨੇ ਹੁੰਦੇ ਆ। ਉਹ ਪੁਆਇੰਟ ਹਾਸਲ ਕਰਕੇ ਪੱਕੇ ਤੌਰ ਤੇ ਉੱਥੋਂ ਦੇ ਵਸਨੀਕ ਹੋ ਸਕਦੇ ਆ। ਸੋ ਯੂਕੇ ਦੇ ਵਿੱਚ ਪਹਿਲਾਂ ਚੀਜ਼ ਨਹੀਂ ਹੁੰਦੀ ਸੀ। ਪਹਿਲਾਂ ਸੀ ਕਿ ਜਿਹੜਾ ਬੱਚਾ ਪੜ੍ਹਨ ਆਇਆ ਉਹ ਸਿਰਫ ਪੜ੍ਹਾਈ ਕਰੂਗਾ ਪਰ ਪੜ੍ਹਨ ਤੋਂ ਬਾਅਦ ਆਪਣੇ ਮੁਲਕ ਵਾਪਸ ਚਲ ਜੇ। ਬਟ ਹੁਣ ਇਹ ਨਵੀਂ ਪਾਲਿਸੀ ਆ ਜਿਹਦੇ ਵਿੱਚ ਕਿ ਅਗਰ ਤੁਹਾਡੇ ਕੋਲ ਜੌਬਸ ਹੈਗੀਆਂ, ਜੌਬ ਆਫਰਸ ਹੈਗੀਆਂ, ਸੋ ਜੌਬਸ ਦੇ ਬੇਸ ਦੇ ਉੱਪਰ ਤੁਹਾਨੂੰ ਪੁਆਇੰਟ ਮਿਲਦੇ ਆ, ਤੁਹਾਡੀ ਐਜੂਕੇਸ਼ਨ ਦੇ ਪੁਆਇੰਟ ਮਿਲਦੇ ਆ, ਤੁਹਾਡੀ ਲੈਂਗੁਏਜ ਦੇ ਪੁਆਇੰਟ ਮਿਲਦੇ ਆ, ਤੁਹਾਡੀ ਜੌਬ ਦੀ ਅਰਨਿੰਗ ਕਿੰਨੀ ਆ ਉਹਦੇ ਪੁਆਇੰਟ ਮਿਲਦੇ ਆ, ਔਰ ਇਹਨਾਂ ਪੁਆਇੰਟਾਂ ਦੇ ਆਧਾਰ ਦੇ ਉੱਪਰ ਤੁਸੀਂ PR ਲੈ ਸਕਦੇ ਹੋ। ਸੋ ਵਨ ਆਫ ਦਾ ਵੈਰੀ ਗੁੱਡ ਕੰਟਰੀਜ਼ ਟੂ ਸੈਟਲ ਡਾਊਨ। ਸੋ ਯੂਕੇ ਇੱਕ ਵੰਡਰਫੁਲ ਇਕੋਨਮੀ ਆ, 4th ਲਾਰਜੈਸਟ ਇਕੋਨਮੀ ਆਫ ਦਾ ਵਰਲਡ। ਸੋ ਔਰ ਯੂਕੇ ਸੁਪਨਾ ਰਿਹਾ ਵਲੈਤ ਜਿਹਨੂੰ ਕਹਿੰਦੇ ਆ। ਸੋ ਸ਼ੁਰੂਆਤ ਇੱਥੋਂ ਹੀ ਹੋਈ ਸਾਰੀ ਦੁਨੀਆ ਦੀ। ਐਗਜ਼ੈਕਟਲੀ। ਸੋ ਇਸ ਕਰਕੇ ਸਿਰਫ ਅਗਰ ਯੂਕੇ ਜਾਣ ਵਾਲੇ ਬੱਚਿਆਂ ਨੂੰ ਥੋੜ੍ਹਾ ਖਿਆਲ ਰੱਖਣਾ ਪਊਗਾ ਕਿ ਇੱਕ ਤਾਂ ਆਪਣੀ ਜਿਹੜੀ ਯੂਨੀਵਰਸਿਟੀ ਪ੍ਰੈਪਰੇਸ਼ਨਸ ਨੇ ਇੰਟਰਵਿਊ ਦੀਆਂ ਉਹ ਬੜੀਆਂ ਥੋਰਲੀ ਕਰੋ, ਬਿਕੋਜ਼ ਇਹਦੇ ਯੂਨੀਵਰਸਿਟੀ ਆਪਣੀ ਸਿਫਤ ਸੁਣਨਾ ਚਾਹੁੰਦੀ ਹੁੰਦੀ ਹੈ। ਓਕੇ, ਬਿਕੋਜ਼ ਯੂਨੀਵਰਸਿਟੀ ਨੇ ਤੁਹਾਡੇ ਕੋਲ ਅੱਧਾ ਪੌਣਾ ਘੰਟਾ ਜਿਹੜੀ ਇੰਟਰਵਿਊ ਕਰਨੀ ਆ ਉਹ ਮੇਕ ਸ਼ੋਰ ਕਰਨਾ ਹੁੰਦਾ
ਕਿ ਤੁਹਾਨੂੰ ਯੂਨੀਵਰਸਿਟੀ ਬਾਰੇ ਗਿਆਨ ਕਿੰਨਾ ਕਾ, ਤੁਹਾਡਾ ਕੋਰਸ ਕੰਟੈਂਟ ਕਿੱਦਾਂ ਦੀ ਸਟਰਕਚਰ ਹੈ ਔਰ ਤੁਹਾਨੂੰ ਇਹਦੀ ਨੌਲੇਜ ਕਿੰਨੀ ਕਾ। ਸੋ ਯੂਨੀਵਰਸਿਟੀ ਨੂੰ ਬਾਕੀ ਕੰਪੈਰੀਜ਼ਨਸ ਨਹੀਂ ਸੁਣਨੇ ਹੁੰਦੇ ਐਮਬੈਸੀ ਵਾਂਗੂ। ਯੂਨੀਵਰਸਿਟੀ ਨੂੰ ਸਿਰਫ ਜਿਹੜੀ ਕ੍ਰੈਡੀਬਿਲਿਟੀ ਇੰਟਰਵਿਊ ਅਸੀਂ ਉਹਨੂੰ ਕਹਿੰਦੇ ਆ, ਔਰ ਉਹ ਇੰਟਰਵਿਊ ਕਰੈਕ ਕਰ ਲਏ ਤਾਂ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਆ, ਕਿਉਂਕਿ ਐਮਬੈਸੀ 'ਚ ਇੱਥੇ ਬਹੁਤ ਇੱਕਾ ਦੁੱਕਾ ਇੰਟਰਵਿਊਜ਼ ਨੇ। ਔਰ ਇਸ ਕਰਕੇ ਜਿਹੜੇ ਬੱਚੇ ਇੰਗਲੈਂਡ ਜਾਣਾ ਚਾਹੁੰਦੇ ਆ, ਅੱਗੇ ਪਿੱਛੇ 'ਚ ਬਹੁਤ ਸਮਾਂ ਬਿਨਾਂ ਆਇਲਟਸ ਤੋਂ ਜਾਂਦੇ ਰਹੇ, ਬਟ ਹੌਲੀ ਹੌਲੀ ਉਹ ਤਕਰੀਬਨ ਸੀਨ ਖਤਮ ਹੋ ਗਿਆ। ਆਇਲਟਸ ਕਰਨਾ ਪਊਗਾ, ਸੋ ਜਾ ਸਕਦੇ ਯੂਕੇ ਦੇ ਵਿੱਚ, ਬਿਕੋਜ਼ ਯੂਕੇ ਵੀ ਰਿਸਰਚ ਮੰਗਦਾ, ਯੂਨੀਵਰਸਿਟੀ ਵੀ ਰਿਸਰਚ ਮੰਗਦੀ ਹੈ। ਸੋ ਕੇਅਰਫੁਲੀ ਆਪਣੀ ਐਪਲੀਕੇਸ਼ਨ ਨੂੰ ਤਿਆਰ ਕਰੋ ਔਰ ਯੂਕੇ ਜਾਣ ਦਾ ਸੁਪਨਾ ਸੱਚ ਕਰ ਸਕਦੇ ਹੋ। ਐਗਜ਼ੈਕਟਲੀ, ਸੁਪਨਾ ਸੱਚ ਕਰ ਸਕਦੇ, ਕਿਉਂਕਿ ਸੁਪਨੇ ਦੇਖੀ ਇਸ ਕਰਕੇ ਜਾਂਦੇ ਨੇ ਕਿ ਉਹਨਾਂ ਨੂੰ ਸੱਚ ਕੀਤਾ ਜਾ ਸਕੇ। ਇਹਦੇ ਵਾਸਤੇ ਬਹੁਤ ਇੰਟਰਸਟਿੰਗ ਚੀਜ਼ ਹੈ। ਕਹਿੰਦਾ ਸੁਪਨੇ ਹਮੇਸ਼ਾ ਬੰਦੇ ਨੂੰ ਸੌਣਾ ਪੈਂਦਾ, ਇਸ ਕਰਕੇ ਮੈਂ ਸੌਣ ਲੱਗਾ, ਸੌ ਕੇ ਸੁਪਨੇ ਦੇਖਾਂਗਾ, ਫਿਰ ਉਸ ਤੋਂ ਬਾਅਦ ਸੱਚ ਕਰਾਂਗਾ। ਕਹਿੰਦੇ ਖੁੱਲੀਆਂ ਅੱਖਾਂ ਦੇ ਸੁਪਨੇ ਹੋਣੇ ਚਾਹੀਦੇ ਨੇ, ਸੁੱਤੇ ਹੋਇਆਂ ਦੇ ਸੁਪਨੇ ਨਹੀਂ ਹੁੰਦੇ। ਸੁਪਨਾ ਉਹ ਹੁੰਦਾ ਜਿਹੜਾ ਤੁਹਾਨੂੰ ਸੌਣ ਨਹੀਂ ਦਿੰਦਾ। ਹਮੇਸ਼ਾ ਕਹਿੰਦਾ ਜਾਗਦੇ ਰਹੋ ਅਤੇ ਆਪਣਾ ਕੰਮ ਕਰਦੇ ਰਹੋ। ਅੱਛਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕੰਟਰੀਜ਼ ਨੇ ਜਿਹਦੇ ਵੱਲ ਮੂੰਹ ਕਰ ਸਕਦੇ ਨੇ ਸਾਡੇ ਸਟੂਡੈਂਟਸ ਵੀ, ਜਾਂ ਹੁਣ ਤਾਂ ਘੁੰਮਣ ਫਿਰਨ ਵਾਸਤੇ ਵੀ ਤੁਸੀਂ ਕਹਿੰਦੇ ਹੋ ਕਿ ਟੂਰਿਸਟ ਵੀਜ਼ਾ ਵੀ ਕਾਫੀ ਓਪਨ ਹੋ ਰਿਹਾ, ਹਰ ਤਰ੍ਹਾਂ ਦਾ ਵੀਜ਼ਾ ਓਪਨ ਹੋ ਰਿਹਾ। ਹੋਰ ਕਿਹੜੀ ਕੰਟਰੀ ਹੈ? ਨਿਊਜ਼ੀਲੈਂਡ, ਆਸਟ੍ਰੇਲੀਆ? ਆਲਮੋਸਟ ਆਲ, ਜਿੱਦਾਂ ਦੁਨੀਆ ਵਾਪਸ ਆਪਣੇ ਟਰੈਕ ਦੇ ਉੱਪਰ ਆ ਰਹੀ ਹੈ, ਬਟ ਹਾਲੇ ਕਈਆਂ ਨੇ ਬੁੱਕਲ ਘੁੱਟ ਕੇ ਫੜੀ ਹੈ ਅਤੇ ਕਈਆਂ ਨੇ ਹੌਲੀ ਹੌਲੀ ਆਪਣੀ ਬੁੱਕਲ ਖੋਲ੍ਹਣੀ ਸ਼ੁਰੂ ਕੀਤੀ ਹੈ। ਸੋ ਨਿਊਜ਼ੀਲੈਂਡ ਹਾਲੇ ਟਰੈਕ 'ਤੇ ਆਉਂਦਾ ਨਹੀਂ ਦਿਸ ਰਿਹਾ, ਬਟ ਨਿਊਜ਼ੀਲੈਂਡ ਦੇ ਵਿੱਚ ਐਪਲੀਕੇਸ਼ਨ ਅਸੈਪਟ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਬਹੁਤ ਕੇਅਰਫੁਲੀ, ਮਤਲਬ ਆਫਟਰ ਐਗਜ਼ਾਮੀਨੇਸ਼ਨ ਮਸਾਂ ਹੀ ਐਪਲੀਕੇਸ਼ਨ ਯੂਕੇ ਐਮਬੈਸੀ ਤੱਕ ਪਹੁੰਚਦੀ ਹੈ, ਨਿਊਜ਼ੀਲੈਂਡ ਐਮਬੈਸੀ ਤੱਕ ਪਹੁੰਚਦੀ ਹੈ। ਔਰ ਆਸਟ੍ਰੇਲੀਆ ਦੇ ਵਿੱਚ ਵੀ ਇਸ ਸਮੇਂ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਜਾਂਦੀਆਂ ਨੇ, ਆਸਟ੍ਰੇਲੀਆ ਨੇ ਥੋੜ੍ਹਾ ਆਪਣਾ ਜਿਹੜਾ ਬੈਂਚਮਾਰਕ ਆ, ਬਾਰ ਆ, ਉਹ ਥੋੜ੍ਹੀ ਰੇਜ਼ ਕੀਤੀ ਹੋਈ ਹੈ। ਜਿਹੜੇ ਸਟੂਡੈਂਟ ਇਸ ਸਾਲ ਦੇ ਪਾਸ ਆਊਟ ਨੇ ਉਹ ਆਸਟ੍ਰੇਲੀਆ ਵਿੱਚ ਸਭ ਤੋਂ ਕੁਇਕਲੀ ਅਸੈਪਟ ਹੁੰਦੇ ਨੇ। ਸੋ ਅਨਲਾਈਕ ਬਾਕੀ ਕੰਟਰੀਜ਼ ਵਾਂਗੂ ਆਸਟ੍ਰੇਲੀਆ ਪਿਛਲੇ ਸਟੂਡੈਂਟਸ ਨੂੰ 2018 ਪਾਸ, 19 ਪਾਸ, 20 ਪਾਸ, ਇਹਨਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਨਹੀਂ ਦਿਖਾ ਰਿਹਾ। ਸੋ 21 ਪਾਸ ਵਾਲੇ ਕੁਝ ਸਟੂਡੈਂਟਸ ਅਸੈਪਟ ਹੁੰਦੇ ਨੇ ਅਗਰ ਉਹਨਾਂ ਦੀ ਪ੍ਰੋਗਰੈਸ਼ਨ ਕਲੀਅਰ ਬਣਦੀ ਹੈ, ਨਹੀਂ ਤਾਂ ਸਾਰੇ ਦਾ ਸਾਰਾ ਫੋਕਸ 2022 ਪਾਸ ਵਾਲੇ ਸਟੂਡੈਂਟਸ ਦੇ ਉੱਪਰ ਹੀ ਹੈ। ਔਰ ਜਿੱਦਾਂ ਹੀ ਆਹ ਸੈਸ਼ਨ ਚੇਂਜ ਹੋ ਜਾਏਗਾ ਤੇ ਤੁਸੀਂ ਵੇਖੋਗੇ 21 ਵਾਲਿਆਂ ਦਾ ਜਿਹੜਾ ਅਸੀਂ ਕਹਿ ਰਹੇ ਕਿ ਕੁਝ ਪਰਸੈਂਟੇਜ ਲਈ ਜਾ ਰਹੀ ਹੈ, ਉਹ ਵੀ ਹੌਲੀ ਹੌਲੀ ਬੰਦ ਹੋ ਜਾਣੀ ਹੈ। ਸੋ ਉਹ ਬਿਕੋਜ਼ ਹਾਲੇ ਦੇਰ ਬਾਅਦ ਓਪਨ ਹੋਏ ਆ, ਇਸ ਸਮੇਂ ਜਿਹੜੀ ਸਪਲਾਈ ਆ ਉਹ ਜ਼ਰੂਰਤ ਤੋਂ ਥੋੜ੍ਹੀ ਵਧੀ ਹੋਈ ਆ, ਡਿਮਾਂਡ ਉਨੀ ਗਰੋ ਨਹੀਂ ਕੀਤੀ ਹੋਈ ਇਹਨਾਂ ਮੁਲਕਾਂ ਦੀ ਹਾਲੇ। ਸੋ ਉਹ ਪਿਕ ਐਂਡ ਚੂਜ਼ ਕਰਨ ਦੀ ਪਾਲਿਸੀ ਦੇ ਵਿੱਚ ਨੇ। ਸੋ ਉਹ ਹਾਲੇ ਸਿਲੈਕਸ਼ਨ ਵਾਲੇ ਤਰੀਕੇ ਦੇ ਉੱਪਰ ਆ, ਕਿਉਂਕਿ ਅਗਰ ਅਸੀਂ ਪਿਛਲੇ ਸਮੇਂ ਦੀ ਵੇਖੀਏ ਗੱਲ, ਤੇ ਉਦੋਂ ਇਮੀਗ੍ਰੇਸ਼ਨ ਦੇ ਸਭ ਤੋਂ ਵੱਡੇ ਡਿਪਾਰਟਮੈਂਟਸ ਵਿੱਚ ਆਸਟ੍ਰੇਲੀਆ ਦਾ ਨਾਮ ਆਉਂਦਾ ਸੀ, ਨਿਊਜ਼ੀਲੈਂਡ ਵੀ ਉਹਨਾਂ ਦੇ ਵਿੱਚੋਂ ਮੁਲਕਾਂ ਦੇ ਵਿੱਚੋਂ ਆਉਂਦਾ ਸੀ ਜਿੱਥੇ ਸਭ ਤੋਂ ਵੱਧ ਬੱਚੇ ਮਾਈਗ੍ਰੇਟ ਕਰਦੇ ਸੀ। ਬਟ ਕੋਵਿਡ ਨੇ ਇਹਨਾਂ ਦੋਨੋਂ ਜਿਹੜੇ ਮੁਲਕਾਂ ਨੂੰ, ਇਸ ਪੂਰੀ ਸਾਈਡ ਨੂੰ ਹੀ ਕਹਿ ਲਓ, ਇਹਨਾਂ ਨੂੰ ਹਿਲਾ ਕੇ ਰੱਖਿਆ ਪਿਆ। ਸੋ ਇਸ ਕਰਕੇ ਇੱਧਰ ਨੂੰ ਹਾਲੇ ਉਨੇ ਜ਼ਿਆਦਾ ਓਪਨ ਅਪ ਨਹੀਂ ਹੋਇਆ, ਬਟ ਸਟਿਲ ਉਹਦੇ ਬਾਵਜੂਦ ਵੀ ਆਰ ਹੈਪੀ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੋ ਯੂਨੀਵਰਸਿਟੀਜ਼ ਦਾ ਦਾਇਰਾ ਜਿਹੜਾ ਹੌਲੀ ਹੌਲੀ ਐਕਸਪੈਂਡ ਹੋ ਰਿਹਾ, ਬਿਕੋਜ਼ ਯੂਨੀਵਰਸਿਟੀਜ਼ ਵੀ ਜਦੋਂ ਗਰੋ ਕਰਦੀਆਂ ਨੇ, ਯੂਨੀਵਰਸਿਟੀਜ਼ ਦਾ ਸਭ ਤੋਂ ਵੱਧ ਬਜਟ ਜਿਹੜਾ ਆ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਆਉਂਦਾ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਲੋਕਲ ਸਟੂਡੈਂਟ ਤੋਂ ਕਈ ਗੁਣਾ ਵੱਧ ਹੁੰਦੀ ਹੈ। ਸੋ ਇਸ ਕਰਕੇ ਇਹ ਸਭ ਤੋਂ ਵੱਡੀ ਮਾਇਆ ਦਾ ਸੋਰਸ ਨੇ ਇੰਟਰਨੈਸ਼ਨਲ ਸਟੂਡੈਂਟਸ। ਹੌਲੀ ਹੌਲੀ ਸਾਰੇ ਮੁਲਕਾਂ ਨੂੰ ਇਹਨਾਂ ਦੀ ਜ਼ਰੂਰਤ ਰਹਿਣੀ ਹੈ। ਸੋ ਇਸ ਕਰਕੇ ਹੌਲੀ ਹੌਲੀ ਸਭ ਨੇ ਓਪਨ ਅਪ ਕਰੀ ਜਾਣਾ। ਸੋ ਵੇਖਣਾ ਤਾਂ ਅਸੀਂ ਆ ਕਿ ਇੱਥੇ ਮਗਰ ਬਚਦਾ ਕੀ ਹੈ। ਐਗਜ਼ੈਕਟਲੀ, ਮਗਰ ਬਚਦਾ ਕੀ, ਕਿਉਂਕਿ ਸਟੂਡੈਂਟਸ ਵਾਸਤੇ ਹਰ ਥਾਂ ਦੇ ਉੱਤੇ ਇੱਕ ਗੋਲਡਨ ਅਪਰਚੁਨਿਟੀ ਹੁੰਦੀ ਹੈ, ਇੱਕ ਗੋਲਡਨ ਫਿਊਚਰ ਹੁੰਦਾ ਹੈ। ਇਸ ਕਰਕੇ ਜਿੱਥੇ ਵੀ ਜਾਣਗੇ ਯੰਗ ਏਜ ਆ, ਅਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮਦਦ ਮਿਲਦੀ ਹੈ, ਕਿਉਂਕਿ ਇਕੋਨਮੀ ਨੂੰ ਰਿਚ ਕਰਦੇ ਨੇ। ਹਮੇਸ਼ਾ ਟੈਲੈਂਟ ਕਿੱਥੋਂ ਲੈ ਕੇ ਆਉਣਾ ਹੈ, ਹਮੇਸ਼ਾ ਦੂਸਰੇ ਮੁਲਕਾਂ ਦਾ ਇਹ ਪ੍ਰਾਇਓਰਿਟੀ ਰਹਿੰਦੀ ਹੈ। ਬੇਸਿਕਲੀ ਉਹਨੂੰ ਬ੍ਰੇਨ ਡਰੇਨ ਕਹਿੰਦੇ ਨੇ। ਬ੍ਰੇਨ ਡਰੇਨ ਪਾਲਿਸੀ ਹੈ ਕਿ ਯੰਗ ਮਾਈਂਡ, ਐਨਰਜੈਟਿਕ ਮਾਈਂਡ। ਔਰ ਕਿਸੇ ਮੁਲਕ ਦੀ ਚਾਹਤ ਇਹ ਹੈ ਕਿ ਜਿਹੜੇ ਯੰਗ ਰਾ ਫੋਰਸਿਸ ਨੂੰ ਲੈਣਾ ਅਤੇ ਉਹਨਾਂ ਨੂੰ ਆਪਣੇ ਕਲਚਰ ਦੇ ਵਿੱਚ ਕਲਮੀਨੇਟ ਕਰਕੇ ਅਤੇ ਉਹ ਲੋਕਲਸ ਬਣਾ ਕੇ ਉਹ ਕੱਲ੍ਹ ਨੂੰ ਇਸ ਇਕੋਨਮੀ ਨੂੰ ਰਾ ਫੋਰਸ ਵਾਂਗੂ ਚਲਾਉਣ। ਕੁਛ ਮੁਲਕਾਂ ਦਾ ਸਮਝਣਾ ਇਹ ਹੈ ਕਿ ਜਿਹੜੇ ਇੰਟੈਲੈਕਚੁਅਲ ਮਾਈਂਡ ਆ, ਜਿਹੜੇ ਆਲਰੇਡੀ ਗਰੋ ਅਪ ਹੋਏ ਪਏ ਆ, ਉਹਨਾਂ ਨੂੰ ਇੰਪੋਰਟ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਸਟੂਡੈਂਟਸ ਹੋ ਗਏ, ਚਾਹੇ ਲਾਈਕ ਜਿਹੜੇ ਸਕਿਲਡ ਮਾਈਗਰੈਂਟਸ ਹੋ ਗਏ, ਇਹਨਾਂ ਦੀ ਕੈਟਾਗਰੀ ਦੇ ਵਿੱਚ। ਸੋ ਉਹ ਸਿੱਧੇ ਇਕੋਨਮੀ ਨੂੰ ਕੰਟਰੀਬਿਊਟ ਕਰਨ ਵਾਲੇ ਬੰਦੇ ਨੇ। ਐਗਜ਼ੈਕਟਲੀ। ਔਰ ਅਸੀਂ ਉਹਨੂੰ ਕਹਾਂਗੇ ਬ੍ਰੇਨ ਡਰੇਨ, ਉਹ ਕਹਿੰਦੇ ਨੇ ਬ੍ਰੇਨ ਗੇਨ। ਹਾਂ ਬਿਲਕੁਲ, ਉਹ ਗੇਨ ਕਰਦੇ ਨੇ ਉਸ ਚੀਜ਼ ਤੋਂ। ਉਹਨਾਂ ਦਾ ਗੇਨ ਹੈ। ਅੱਛਾ, ਇੱਕ ਪੁਆਇੰਟ ਹਮੇਸ਼ਾ ਡਿਸਕਸ਼ਨ 'ਚ ਆਉਂਦਾ ਹੈ, ਵੇਖਣ ਵਿੱਚ ਆਉਂਦਾ ਕਿ ਕੈਨੇਡਾ ਵਿੱਚ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਪੰਜਾਬੀਜ਼, ਇੰਡੀਅਨਸ ਬਹੁਤ ਜ਼ਿਆਦਾ
ਸੋ ਕਈ ਵਾਰ ਨਾ ਇਹ ਡਿਬੇਟ ਹੁੰਦਾ ਕਿ ਕਿਤੇ ਇੰਡੀਅਨਸ ਕਿਤੇ ਪੰਜਾਬੀਜ਼ ਉੱਥੇ ਜਾ ਕੇ ਜ਼ਿਆਦਾ ਪਾਵਰਫੁਲ ਹੋ ਜਾਣ ਤਾਂ ਪੋਲੀਟੀਕਲੀ ਉਹਨਾਂ ਨੂੰ ਕੈਪਚਰ ਕਰ ਲੈਣ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋ ਜਾਏ, ਕਿਤੇ ਕੈਨੇਡਾ ਨੂੰ ਹੀ ਉਹ ਪੰਜਾਬ ਜਾਂ ਇੰਡੀਆ ਨਾ ਬਣਾ ਕੇ ਬਹਿ ਜਾਣ, ਇੰਨੇ ਜ਼ਿਆਦਾ ਪਾਵਰਫੁਲ ਹੋ ਜਾਣ। ਇਹ ਡਿਬੇਟ ਰਹਿੰਦਾ ਲੋਕਲਸ ਦੇ ਵਿੱਚ ਉੱਥੇ ਖਾਸ ਕਰਕੇ। ਨਹੀਂ, ਆਬਵੀਅਸਲੀ ਜਿੱਥੇ ਜਿਹੜੇ ਲੋਕ ਜਾਣਗੇ ਉਹਨਾਂ ਨੇ ਜਿਨ੍ਹਾਂ ਨੇ ਉਹਨੂੰ ਘਰ ਬਣਾ ਲਿਆ ਉਹ ਕੈਨੇਡੀਅਨ ਹੀ ਹੋ ਗਏ। ਉਹ ਤਾਂ ਅਸੀਂ ਕਲੇਮ ਕਰਦੇ ਹਾਂ, ਅਸੀਂ ਕਹਿੰਦੇ ਕਿ ਲਾਈਕ ਜਿਹੜਾ ਬ੍ਰਿਟਿਸ਼ PM ਆ ਉਹ ਇੰਡੀਅਨ ਹੈ, ਬਟ ਉਹਦੀ ਇੰਡੀਅਨ ਨਾਲ ਐਸੋਸੀਏਸ਼ਨ ਕਿਸ ਤਰੀਕੇ ਦੀ ਹੈ। ਸੋ ਇਹ ਆਉਣ ਵਾਲਾ ਸਮਾਂ ਤੈਅ ਕਰਦਾ ਹੈ। ਔਰ ਬੇਸਿਕਲੀ ਇਹਨਾਂ ਜਦੋਂ ਅਸੀਂ ਇੱਕ ਵੱਡੇ ਪਲੇਟਫਾਰਮ ਦੇ ਉੱਪਰ ਸੋਚੀਏ ਜਾਂ ਗੋਰਿਆਂ ਵਾਂਗੂ ਸੋਚੀਏ, ਉਹਨਾਂ 'ਚ ਇੰਨੀ ਅਸੈਪਟੇਬਿਲਿਟੀ ਹੈਗੀ ਆ, ਕਿਉਂਕਿ ਇੰਨੀ ਅਸੈਪਟੇਬਿਲਿਟੀ ਹੈਗੀ ਤਾਂ ਹੀ ਅਲਾਓ ਕਰ ਰਹੇ ਨੇ, ਤਾਂ ਹੀ ਤੁਸੀਂ ਉਹਨਾਂ ਦੇ ਆਸ-ਪਾਸ ਰਹਿ ਰਹੇ ਹੋ, ਤਾਂ ਹੀ ਤੁਹਾਡੇ ਉਹਨਾਂ ਦੀ ਅਸੈਪਟੈਂਸ ਹੈਗੀ ਆ। ਸੋ ਸਾਡੀ ਪਤਾ ਨਹੀਂ ਇੰਨੀ ਟੋਲਰੈਂਸ ਹੋਣੀ ਨਹੀਂ ਹੋਣੀ, ਬਟ ਉਹਨਾਂ ਦੀ ਟੋਲਰੈਂਸ ਹੈਗੀ ਹੈ ਇੰਨੀ। ਸੋ ਜਿਹੜੇ ਪੋਲੀਟੀਕਲ ਮਾਇਨੇ ਨੇ ਇਹ ਕੀ ਸਮੀਕਰਨ ਨਿਕਲਣ ਦੇ ਉੱਪਰ ਤੇ ਮੈਂ ਬਹੁਤ ਜ਼ਿਆਦਾ ਸਿਆਣਾ ਨਹੀਂ ਹੈਗਾ ਕਿ ਆਪਾਂ ਉਹਨਾਂ ਪਰ ਡਿਸਕਸ਼ਨ ਕਰ ਸਕੀਏ, ਬਿਕੋਜ਼ ਮੇਰੇ ਸਬਜੈਕਟ ਤੋਂ ਬਾਹਰ ਆ ਜਾਂਦਾ। ਬਟ ਪੋਲੀਟੀਕਲ ਇੰਪਾਵਰਮੈਂਟ ਵਿੱਚ ਵੀ ਕੋਈ ਅਗੇਨ ਕੋਈ ਇੱਦਾਂ ਕਰੇ ਕਿ ਮੈਂ ਪੰਜਾਬੋਂ ਆਇਆ ਅਤੇ ਮੈਂ ਪੰਜਾਬ ਲਈ ਸੋਚਣ ਲੱਗਾ ਕੈਨੇਡਾ ਛੱਡ ਕੇ, ਇਹ ਚੀਜ਼ਾਂ ਤਾਂ ਪੋਸੀਬਲ ਨਹੀਂ ਹੈਗੀਆਂ। ਹਾਂ, ਤੁਹਾਡੇ ਲਈ ਪ੍ਰਾਊਡ ਮੂਮੈਂਟਸ ਹੋ ਸਕਦੇ ਵੀ ਤੁਸੀਂ ਇੱਥੇ ਆਪਣੀ ਦੁਨੀਆ 'ਚ ਮਸਤ ਰਹਿ ਸਕਦੇ, ਵੀ ਸਾਡੇ ਭਰਾ ਉੱਥੇ ਰਾਜ ਕਰਨ ਡਏ ਆ ਪਿਛਲੇ, ਭਾਵੇਂ ਇੱਥੇ ਤੁਹਾਡੇ ਇੱਥੋਂ ਦੇ ਰੇਸਿਸ ਬਦਲੀਆਂ ਹੋਣ। ਸੋ ਇਹ ਆਪੋ ਆਪਣੀ ਪਰਸਨਲ ਅਜ਼ੰਪਸ਼ਨਸ ਨੇ, ਪਰਸਨਲ ਜਿਹੜੇ ਐਕਸਪੀਰੀਅੰਸਿਸ ਨੇ। ਸੋ ਇਹਨਾਂ ਦੇ ਉੱਪਰ ਤੁਸੀਂ ਬਿਹਤਰ ਜਾਣਦੇ ਹੋ, ਬਿਕੋਜ਼ ਤੁਸੀਂ ਐਕਚੁਅਲੀ ਸਿਨੈਰੀਓ ਬਿਲਕੁਲ ਡਿਫਰੈਂਟ ਆ। ਔਰ ਪਿੱਛੇ ਜੇ ਵੀ ਇਹ ਸਾਰੀਆਂ ਗੱਲਾਂ ਹੁੰਦੀਆਂ ਪਈਆਂ ਸੀਗਾ ਕਿ ਜਸਟਿਨ ਟਰੂਡੋ ਇਹ ਦੇਖਦੇ ਨੇ ਕਿ ਜੋ ਪੰਜਾਬੀਜ਼ ਉੱਥੇ ਹੈਗੇ ਨੇ ਉਹਨਾਂ ਦਾ ਵੋਟ ਬੈਂਕ ਕੀ ਕਹਿੰਦਾ ਮੇਰੇ ਲਈ, ਔਰ ਉਸ ਹਿਸਾਬ ਨਾਲ ਵੀ ਡਿਸੀਜਨਸ ਲਿੱਤੇ ਜਾਂਦੇ ਨੇ। ਜੇਕਰ ਮੈਂ ਸੋਚਾਂ ਕਿ ਮਤਲਬ ਇੰਪਾਵਰਮੈਂਟ ਦੇ ਵਿੱਚ ਅਸੀਂ ਪੋਲੀਟੀਕਲ ਇੰਪਾਵਰਮੈਂਟ ਦੀ ਗੱਲ ਕਰੀ ਤਾਂ ਕੱਲ੍ਹ ਨੂੰ ਇੱਦਾਂ ਕਰ ਦੇਣ ਕਿ ਪੰਜਾਬ ਲਈ ਵੀਜ਼ਾ ਔਨ ਅਰਾਈਵਲ ਹੋ ਜਾਏ ਕੈਨੇਡਾ ਵਿੱਚ। ਹਾਂ, ਉਹ ਤਾਂ ਬਹੁਤ ਜ਼ਿਆਦਾ ਅੱਛਾ ਰਹੇਗਾ, ਬਹੁਤ ਵਧੀਆ ਰਹੇਗਾ। ਸੋ ਇੱਕ ਚੀਜ਼ ਹੈ ਰਵਿੰਦਰ ਜੀ, ਜੋ ਅਸੀਂ ਹਮੇਸ਼ਾ ਦੇਖਦੇ ਹਾਂ, ਆਪਾਂ ਹਮੇਸ਼ਾ ਡਿਸਕਸ ਕਰਦੇ ਹਾਂ ਯੰਗ ਔਰ ਪ੍ਰੋਫੈਸ਼ਨਲਸ ਔਰ ਟੂਰਿਸਟ ਐਂਡ ਆਲ ਦੈਟ। ਇੱਕ ਉਹਦਾ ਜਿਹਦਾ ਪੇਰੈਂਟਸ ਉੱਥੇ ਜਾਣਾ ਚਾਹੁੰਦੇ ਨੇ, ਬਜ਼ੁਰਗ ਉੱਥੇ ਜਾਣਾ ਚਾਹੁੰਦੇ ਨੇ। ਸੋ ਇਹਨਾਂ ਨੂੰ ਇਨ ਦ ਈਵਨਿੰਗ ਆਫ ਦੇਅਰ ਲਾਈਫ, ਸੋ ਉੱਥੇ ਜਾ ਕੇ ਜਦੋਂ ਸੈਟਲ ਹੋਣਾ ਚਾਹੁੰਦੇ ਨੇ ਆਪਣੇ ਕਿਸੇ ਬੱਚੇ ਕੋਲ, ਸੋ ਉਹਨਾਂ ਦਾ ਕੀ ਸਿਨੈਰੀਓ ਰਹੇਗਾ? ਇਹ ਉਲਟਾ ਹੈ ਸੰਜੀਵ ਜੀ। ਬੇਸਿਕਲੀ ਤੁਸੀਂ ਅਗਰ ਥੋੜ੍ਹਾ ਰਿਸਰਚ ਕਰੋਗੇ ਤਾਂ ਇਹ ਉਲਟਾ ਹੈ। ਬਜ਼ੁਰਗ ਨਹੀਂ ਰਹਿਣਾ ਚਾਹੁੰਦੇ ਉਹਨਾਂ ਮੁਲਕਾਂ ਦੇ ਵਿੱਚ, ਬਿਕੋਜ਼ ਯੂ ਟਰਾਈ ਟੂ ਰਿਮੇਨ ਦਾ ਵੇ ਯੂ ਗਰੋ ਅਪ। ਤੁਸੀਂ ਜਿਸ ਮਾਹੌਲ 'ਚ ਜੰਮੇ ਪਲੇ ਵੱਡੇ ਹੋਏ ਹੋ, ਤੁਸੀਂ ਉਸ ਜਗ੍ਹਾ 'ਤੇ ਜਾ ਕੇ ਤੁਹਾਨੂੰ ਜ਼ਿਆਦਾ ਸਕੂਨ ਆਉਂਦਾ ਆ। ਸੋ ਇਹ ਕੈਨੇਡਾ ਨੂੰ ਮਿੱਠੀ ਜੇਲ੍ਹ ਕਹਿੰਦੇ ਨੇ, ਸੋ ਬਜ਼ੁਰਗਾਂ ਦੀ ਭਾਸ਼ਾ ਦੱਸ ਰਿਹਾ। ਸੋ ਇਸੇ ਕਰਕੇ ਪਹਿਲਾਂ ਜਿਹੜੇ PR ਹੁੰਦੀ ਸੀ ਡਾਇਰੈਕਟ ਪੇਰੈਂਟਸ ਸੀ, ਬਟ ਬਹੁਤ ਸਾਰੇ ਪੇਰੈਂਟਸ ਕੈਨੇਡਾ ਪਸੰਦ ਨਹੀਂ ਕਰਦੇ ਸੀ, ਬਿਕੋਜ਼ ਜ਼ਿਆਦਾ ਠੰਡਾ ਮੌਸਮ ਹੈ ਔਰ ਸਾਡੇ ਹਿਸਾਬ ਨਾਲ ਓਪਨ ਅਪ ਤੁਸੀਂ ਸੁਸਾਇਟੀਜ਼ ਵਿੱਚ ਨਹੀਂ ਰਹਿ ਸਕਦੇ। ਸੋ ਇਸ ਕਰਕੇ ਬਜ਼ੁਰਗ ਵਾਪਸ ਭੱਜਦੇ ਹੁੰਦੇ ਸੀ। ਔਰ ਜਿਹੜੀ ਵੀਜ਼ਾ ਦੀਆਂ ਕੰਡੀਸ਼ਨ ਸੀਗੀਆਂ, ਜਿਹੜੀਆਂ PR ਦੀਆਂ ਕੰਡੀਸ਼ਨ ਸੀ, ਤੈਨੂੰ 5 ਸਾਲ ਜੋ 3 ਸਾਲ ਉੱਥੇ ਰਹਿਣਾ ਹੁੰਦਾ ਸੀ, ਉਹ ਪੂਰੀਆਂ ਨਹੀਂ ਕਰ ਪਾਉਂਦੇ ਸੀ। ਸੋ ਬਹੁਤ ਸਾਰੇ ਬਜ਼ੁਰਗ ਪੂਰੀਆਂ ਨਹੀਂ ਕਰ ਪਾਉਂਦੇ ਸੀ। ਸੋ ਇਸੇ ਕਰਕੇ ਸੁਪਰ ਵੀਜ਼ਾ ਨਾਮ ਦੀ ਚੀਜ਼ ਆਈ। ਸੁਪਰ ਵੀਜ਼ਾ ਉੱਥੋਂ ਹੀ ਇਵੋਲਵ ਹੋਇਆ ਕਿ ਜਿਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਤੁਹਾਡੇ ਪੇਰੈਂਟਸ ਆ ਕੇ ਇੱਥੇ ਲਗਾਤਾਰ 2 ਸਾਲ ਰਹਿ ਸਕਦੇ ਆ, ਤੁਹਾਨੂੰ 10 ਸਾਲ ਦਾ ਵੀਜ਼ਾ ਮਿਲ ਜਾਊਗਾ। ਸੋ ਉਸ ਚੀਜ਼ ਨੂੰ ਵੀ ਵਧਾ ਕੇ ਹੁਣ 5 ਸਾਲ ਕਰਤਾ ਆ ਕਿ ਅਗਰ ਕੋਈ ਰਹਿਣਾ ਚਾਹੁੰਦਾ ਹੈ ਉਹ 5 ਸਾਲ ਰਹਿ ਸਕਦਾ ਹੈ, ਕਿਉਂਕਿ ਇਹ ਅੱਜ ਦੇ ਸਮੇਂ ਦਾ ਫੈਸਲਾ ਹੈ ਕਿ ਹੁਣ ਪਿੱਛੇ ਪਰਿਵਾਰ ਬਚੇ ਨਹੀਂ ਆ। ਸੋ ਬਜ਼ੁਰਗ ਵੀ ਆ ਕੇ ਲੰਬਾ ਸਮਾਂ ਰਹਿ ਸਕਣ। ਇਹ ਦੁਬਾਰਾ ਵਾਪਸ ਅਸੀਂ PR ਵੱਲ ਨੂੰ ਜਾ ਰਹੇ ਹਾਂ। ਔਰ ਹੁਣ 5 ਸਾਲ ਦੇ ਨਾਲ ਇੱਕ ਐਡੀਸ਼ਨਲ ਐਡ ਆਨ ਕਰਤਾ ਕਿ ਅਗਰ ਲੋੜ ਪਵੇ ਤਾਂ ਤੁਸੀਂ 5 ਸਾਲ ਤੋਂ 2 ਸਾਲ ਦੀ ਫਰਦਰ ਐਕਸਟੈਂਸ਼ਨ ਲੈ ਸਕਦੇ ਹੋ। ਸੋ ਤੁਸੀਂ ਐਟ ਦਾ ਮੈਕਸ ਸਿੰਗਲ ਵਿਜ਼ਿਟ ਦੇ ਉੱਪਰ ਤੁਸੀਂ 7 ਸਾਲ ਸੁਪਰ ਵੀਜ਼ਾ ਦੇ ਉੱਪਰ ਕੈਨੇਡਾ ਰਹਿ ਸਕਦੇ ਹੋ। ਬਟ ਫਿਰ ਵੀ ਬਜ਼ੁਰਗਾਂ ਦੀ ਪਸੰਦ ਇਹ ਮੁਲਕ ਨਹੀਂ ਹੈਗੇ। ਬਜ਼ੁਰਗ ਸਾਡੇ ਇੱਥੇ ਰਹਿ ਕੇ ਖੁਸ਼ ਨੇ, ਬਟ ਜਦੋਂ ਬੱਚੇ ਇੱਥੇ ਨਹੀਂ ਹੈਗੇ, ਸੋ ਇਸ ਕਰਕੇ ਫਿਰ ਜਦੋਂ ਕੋਈ ਚਾਰੇ ਨਹੀਂ ਹੈਗੇ, ਫਿਰ ਆਬਵੀਅਸਲੀ ਫੈਮਿਲੀ ਨੂੰ ਜੁਆਇਨ ਕਰਨ ਵਾਲਾ ਮਸਲਾ ਵੀ ਬਣਿਆ ਹੋਇਆ ਹੈ। ਬਿਲਕੁਲ ਜੀ, ਈਸਟ ਔਰ ਵੈਸਟ, ਹੋਮ ਇਜ਼ ਦਾ ਬੈਸਟ। ਔਰ ਹੋਮ ਸਾਡਾ ਪੰਜਾਬ ਹੈ। ਔਰ ਵੈਸੇ ਵੀ ਸਰਦੀਆਂ ਨੇ, ਮੱਕੀ ਦੀ ਰੋਟੀ, ਸਰੋਂ ਦਾ ਸਾਗ ਬੱਲੇ ਬੱਲੇ ਹੁੰਦੀ ਪਈ ਹੈ। ਸੋ ਤੁਸੀਂ ਵੀ ਬੱਲੇ ਬੱਲੇ ਕਰਵਾ ਦਿੰਦੇ ਹੋ, ਸਾਡੇ ਆਡੀਅנס ਨੂੰ ਬਹੁਤ ਜ਼ਿਆਦਾ ਅੱਛੀ ਜਾਣਕਾਰੀ ਦਿੰਦੇ ਹੋ। ਸੋ ਅਸੀਂ ਆਪਣੇ ਆਡੀਅנס ਨੂੰ ਕਹਾਂਗੇ ਕਿ ਜੋ ਵੀ ਤੁਸੀਂ ਆਪਣੀ ਕੋਈ ਕੁਐਰੀ ਚਾਹੁੰਦੇ ਹੋ, ਆਪਣੇ ਕੋਈ ਤੁਹਾਡੇ ਐਡਵਾਈਸ ਆ ਜਾਂ ਜੋ ਵੀ ਤੁਸੀਂ ਆਪਣੇ ਕੋਈ ਵਿਚਾਰ ਰੱਖਦੇ ਹੋ, ਸਾਨੂੰ ਇਨਬਾਕਸ ਜ਼ਰੂਰ ਕਰੋ। ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਜ਼ਰੂਰ ਕਰੋ। ਅਰਵਿੰਦਰ ਜੀ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਆਲ ਦ ਬੈਸਟ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।